ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਅੱਜ ਦੀਆਂ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਕੁਝ ਮੁੱਦੇ ਜਿਹੜੇ ਅੱਜ ਕੈਨੇਡਾ ਦੀਆਂ ਅਖਬਾਰਾਂ ਦੇ ਵਿੱਚ ਛਾਏ ਰਹੇ ਆ, ਜਿਨ੍ਹਾਂ ਬਾਰੇ ਚਰਚਾ ਹੁੰਦੀ ਰਹੀ ਆ, ਉਹ ਤੁਹਾਡੇ ਨਾਲ ਗੱਲਬਾਤ ਕਰਨ ਲਈ ਦੋ ਤਿੰਨ ਮੁੱਦਿਆਂ ਦੇ ਉੱਤੇ ਖਾਸ ਤੌਰ ਦੇ ਉੱਤੇ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਗੱਲਬਾਤ ਹੋਈ ਆ। ਕੋਵਿਡ ਬਹੁਤ ਲੰਬੇ ਸਮੇਂ ਤੋਂ ਚਰਚਾ ਦੇ ਵਿੱਚ ਰਹਿੰਦਾ, ਕਿਤੇ ਰਿਸਟ੍ਰਿਕਸ਼ਨ ਹਟ ਰਹੀਆਂ, ਕਿਤੇ ਰਿਸਟ੍ਰਿਕਸ਼ਨ ਲੱਗ ਰਹੀਆਂ, ਕੁਝ ਟਰੈਵਲ ਬੈਨਸ ਘਟ ਰਹੇ ਆ। ਇਸੇ ਤਰ੍ਹਾਂ ਹੀ ਦੂਜਾ ਜਿਹੜਾ ਕੈਨੇਡਾ ਦੇ ਵਿੱਚ ਇਸ ਵੇਲੇ ਪ੍ਰਮੁੱਖ ਮੁੱਦਾ ਚੱਲ ਰਿਹਾ ਉਹ ਟਰੱਕਰਸ ਦਾ ਪ੍ਰੋਟੈਸਟ। ਉਹਦੇ ਬਾਰੇ ਕੁਝ ਗੱਲਾਂ ਬਾਤਾਂ ਨੇ ਤੇ ਕੁਝ ਹੋਰ ਖਬਰਸਾਰ ਤੁਹਾਡੇ ਨਾਲ ਸਾਂਝੀ ਕਰਨੀ ਹੈ। ਸਭ ਤੋਂ ਪਹਿਲੀ ਖਬਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਰਿਸਟ੍ਰਿਕਸ਼ਨਸ ਨੂੰ ਲੈ ਕੇ ਪਿਛਲੇ ਸਮੇਂ ਦੇ ਵਿੱਚ ਵੱਖ-ਵੱਖ ਪ੍ਰੋਵਿੰਸਸ ਨੇ ਆਪਣੀਆਂ ਰਿਸਟ੍ਰਿਕਸ਼ਨਸ ਘਟਾਉਣ ਦਾ ਫੈਸਲਾ ਕੀਤਾ। ਸਾਰਿਆਂ ਨੇ ਕੁਛ ਨਾ ਕੁਛ ਜਿਹੜਾ ਮੈਂਡੇਟ ਸੀਗੇ ਉਹਨਾਂ ਨੂੰ ਘਟਾ ਦਿੱਤਾ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੋਵਿਡ-19 ਦੀ ਹੌਸਪੀਟਲਾਈਜੇਸ਼ਨ ਨੰਬਰ ਲਗਾਤਾਰ ਥੱਲੇ ਆ ਰਿਹਾ। ਜਿੱਦਾਂ ਨੰਬਰ ਥੱਲੇ ਆ ਰਿਹਾ ਇੱਦਾਂ ਹੁਣ ਇੱਥੇ ਜਿਹੜੀਆਂ ਪਾਬੰਦੀਆਂ ਲੱਗੀਆਂ ਉਹਨੂੰ ਘਟਾਉਣ ਦੀ ਗੱਲਬਾਤ ਚੱਲ ਰਹੀ ਹੈ। ਜਿਹੜੀ ਇਸ ਹੁਣ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੀ ਅਨਾਊਂਸਮੈਂਟ ਕੀਤੀ ਗਈ ਆ ਕਿ ਬਹੁਤੀਆਂ ਰਿਸਟ੍ਰਿਕਸ਼ਨਸ ਜਿਹੜੀਆਂ ਬਹੁਤ ਹੀ ਕਪੈਸਿਟੀ ਰਿਸਟ੍ਰਿਕਸ਼ਨ ਸੀਗੀ ਕਿ ਕਿਸੇ ਹਾਲ ਦੇ ਵਿੱਚ ਜਾਂ ਇਨਸਾਈਡ ਕਿੰਨੇ ਲੋਕ ਇਕੱਠੇ ਹੋ ਸਕਦੇ ਆ, ਉਹ ਬੁੱਧਵਾਰ ਰਾਤ ਨੂੰ ਚੱਕ ਦਿੱਤੀਆਂ। 16 ਤਰੀਕ ਜਾਣੀ ਕਿ 11:59 ਤੇ ਇਹ ਜਿਹੜੀਆਂ ਰਿਸਟ੍ਰਿਕਸ਼ਨਸ ਆ ਚੱਕ ਦਿੱਤੀਆਂ ਜਾਣਗੀਆਂ। ਇਹਦੇ ਤੋਂ ਬਾਅਦ ਕੋਈ ਵੀ ਇਸ ਤਰ੍ਹਾਂ ਦੀ ਪਰਸਨਲ ਗੈਦਰਿੰਗ ਦੇ ਉੱਤੇ ਅੰਦਰ ਜਿਹੜੀ ਆ ਉਹਦੇ ਉੱਤੇ ਪਾਬੰਦੀਆਂ ਜਿਹੜੀਆਂ ਇਹ ਚੱਕ ਦਿੱਤੀਆਂ। ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ ਗੈਦਰਿੰਗਸ ਆ ਉਹਦੇ ਵਿੱਚ ਜਿਹੜੀਆਂ ਫੁੱਲ ਕਪੈਸਿਟੀ ਦੇ ਵਿੱਚ ਹੋ ਜਾਣਗੀਆਂ। ਪਹਿਲਾਂ 50% ਦੇ ਉੱਤੇ ਸੀਗੀਆਂ, ਤੁਸੀਂ ਇਕੱਠ ਕਰ ਸਕਦੇ ਸੀ, ਪਰ 50% ਦੇ ਉੱਤੇ ਹੁਣ ਜਿਹੜਾ ਹੈਗਾ ਆ ਇਹ ਜਿਹੜੀਆਂ ਗੈਦਰਿੰਗਸ ਆ ਇਹਨਾਂ ਦੇ ਉੱਤੇ ਅਲਾਉਡ ਕਰ ਦਿੱਤੀਆਂ ਫੁੱਲ ਕਪੈਸਿਟੀ ਦੇ ਵਿੱਚ, ਪਰ ਮਾਸਕ ਤੁਹਾਨੂੰ ਪਾਉਣਾ ਪਊਗਾ ਅਤੇ ਪ੍ਰੂਫ ਆਫ ਵੈਕਸੀਨੇਸ਼ਨ ਚਾਹੀਦਾ ਆ। ਜਿਹਦਾ ਅਸੀਂ ਜ਼ਿਕਰ ਕਰਨ ਲੱਗੇ ਇਹਨਾਂ ਗੈਦਰਿੰਗਸ ਦੇ ਵਿੱਚ ਇੱਕ ਤਾਂ ਜਿਹੜੀਆਂ ਔਰਗਨਾਈਜ਼ਡ ਗੈਦਰਿੰਗਸ ਆ, ਵਿਆਹ ਹੋਣੇ ਆ ਹਾਲ ਦੇ ਵਿੱਚ ਜਾਂ ਡਾਂਸਿੰਗ ਆ, ਚਾਹੇ ਉਹ ਇਨਸਾਈਡ ਆ ਚਾਹੇ ਆਊਟਸਾਈਡ ਆ, ਪਹਿਲਾਂ ਉਹਦੇ ਉੱਤੇ ਪਾਬੰਦੀ ਸੀ, ਹੁਣ ਉਹ ਚੱਕ ਦਿੱਤੀ ਆ। ਤੁਸੀਂ ਫੁੱਲ ਕਪੈਸਿਟੀ ਦੇ ਵਿੱਚ ਜਿੰਨੀ ਹਾਲ ਅਲਾਓ ਕਰਦਾ ਜਾ ਸਕਦੇ ਆ, ਪਰ ਮਾਸਕ ਤੁਹਾਨੂੰ ਪਾਇਆ ਹੋਣਾ ਚਾਹੀਦਾ, ਪ੍ਰੂਫ ਆਫ ਵੈਕਸੀਨੇਸ਼ਨ ਤੁਹਾਡਾ ਗੇਟ ਐਂਟਰੀ 'ਤੇ ਦੇਖਿਆ ਜਾਊਗਾ। ਇਨਡੋਰ ਸੀਟਡ ਇਵੈਂਟਸ ਨੇ ਜਿਹੜੇ ਜਿਨ੍ਹਾਂ ਦੇ ਵਿੱਚ ਮੂਵੀ ਨੂੰ ਜਾਣਾ, ਤੁਸੀਂ ਥੀਏਟਰ ਦੇ ਵਿੱਚ ਜਾਣਾ, ਉੱਥੇ ਵੀ ਹੁਣ ਉਹ ਚੱਕ ਦਿੱਤੀਆਂ ਫੁੱਲ ਕਪੈਸਿਟੀ ਦੇ ਉੱਤੇ, ਉਹ ਵੀ ਸ਼ੁਰੂ ਹੋ ਗਏ ਆ। ਜਿਮ, ਜਿਹੜੇ ਅਡਲਟ ਸਪੋਰਟਸ ਆ, ਡਾਂਸ, ਸਵਿਮਿੰਗ ਜਾਂ ਟੂਰਨਾਮੈਂਟ ਵੀ ਇਹਦੇ ਵਿੱਚ ਇਨਕਲੂਡ ਆ, ਉਹਨਾਂ ਸਾਰਿਆਂ ਦੇ ਵਿੱਚ ਇਹ ਪਾਬੰਦੀਆਂ ਚੱਕ ਦਿੱਤੀਆਂ ਗਈਆਂ। ਇਸੇ ਤਰ੍ਹਾਂ ਰੈਸਟੋਰੈਂਟਸ ਦੇ ਵਿੱਚ ਵੀ ਪਾਬੰਦੀਆਂ ਸੀਗੀਆਂ, ਬਾਰਸ ਦੇ ਵਿੱਚ ਵੀ ਪਾਬੰਦੀਆਂ ਸੀਗੀਆਂ, ਨਾਈਟਸ ਕਲੱਬ ਦੇ ਵਿੱਚ ਵੀ ਉਹਦੇ ਉੱਤੇ ਜਿਹੜੀ ਟੇਬਲ ਲਿਮਿਟ ਕੋਈ ਨਹੀਂ ਰੱਖੀ ਅਤੇ ਡਾਂਸਿੰਗ ਉੱਥੇ ਅਲਾਓ ਕਰ ਦਿੱਤੀ ਆ। ਇਹ ਪਾਬੰਦੀਆਂ ਚੱਕਣ ਦੇ ਨਾਲ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਬਹੁਤ ਲੰਬੇ ਸਮੇਂ ਤੋਂ ਕਦੇ ਪਾਬੰਦੀਆਂ ਲੱਗ ਜਾਂਦੀਆਂ ਕਦੇ ਹਟ ਜਾਂਦੀਆਂ, ਹੁਣ ਲੱਗਦਾ ਹੈ ਕਿ ਇਹ ਪੱਕੀਆਂ ਚੱਕੀਆਂ ਗਈਆਂ। ਹਾਲਾਂਕਿ ਇਹਦੇ ਬਾਰੇ ਅਨਾਊਂਸਮੈਂਟ ਕੋਈ ਨਹੀਂ ਹੈ, ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਇਹਦੇ ਬਾਰੇ ਪਤਾ ਨਹੀਂ, ਪਰ ਫਿਲਹਾਲ ਲੱਗ ਰਿਹਾ ਕਿ ਹੁਣ ਇਹ ਪਾਬੰਦੀਆਂ ਚੱਕ ਦਿੱਤੀਆਂ ਅਤੇ ਸਾਰਾ ਕੁਝ ਠੀਕ ਠਾਕ ਹੋ ਜਾਊਗਾ। ਇੱਥੇ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਮਾਸਕ ਅਜੇ ਵੀ ਲੋੜੀਂਦਾ ਹੋਊਗਾ ਇਨਡੋਰ ਪਬਲਿਕ ਸਪੇਸਿਸ ਦੇ ਵਿੱਚ। ਬ੍ਰਿਟਿਸ਼ ਕੋਲੰਬੀਆ ਦਾ ਵੈਕਸੀਨ ਪਾਸਪੋਰਟ ਵੀ ਅਜੇ ਲੋੜੀਂਦਾ ਹੋਊਗਾ। ਕਈ ਪ੍ਰੋਵਿੰਸਿਸ ਨੇ ਵੈਕਸੀਨ ਪਾਸਪੋਰਟ ਖਤਮ ਕਰ ਦਿੱਤਾ ਵੀ ਹੁਣ ਬਹੁਤੇ ਲੋਕਾਂ ਦੇ ਵੈਕਸੀਨ ਲੱਗ ਗਈ ਆ, ਹੁਣ ਇਹਦਾ ਕੋਈ ਮਤਲਬ ਨਹੀਂ ਹੈ ਵੈਕਸੀਨ ਪਾਸਪੋਰਟ ਦਾ, ਪਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹਜੇ ਇਹ ਨਹੀਂ ਚੱਕਿਆ ਗਿਆ। ਸੋ ਕਪੈਸਿਟੀਜ਼ ਜਿਹੜੀਆਂ ਧਾਰਮਿਕ ਥਾਵਾਂ ਦੇ ਉੱਤੇ ਹਜੇ ਇਹ ਨਿਯਮ ਲਾਗੂ ਨਹੀਂ ਹੁੰਦੇ, ਸੋ ਉੱਥੇ ਹਜੇ ਵੀ ਪਹਿਲਾਂ ਵਾਲੇ ਹਾਲਾਤ ਨੇ ਉਸੇ ਤਰ੍ਹਾਂ ਹੀ ਆ। ਅਤੇ ਜਿਹੜੇ ਵੈਕਸੀਨੇਸ਼ਨ ਆ ਉੱਥੇ ਉਸ ਤਰੀਕੇ ਨਾਲ ਇਹਨੂੰ ਦੇਖਿਆ ਜਾਂਦਾ ਆ। ਅਤੇ ਜਿਨ੍ਹਾਂ ਥਾਵਾਂ ਦੇ ਉੱਤੇ ਵੈਕਸੀਨ ਨਹੀਂ ਲੱਗੀ ਉੱਥੇ 50% ਕਪੈਸਿਟੀ ਜਿਹੜੀ ਆ ਉਹ ਅਲਾਓ ਕੀਤੀ ਗਈ ਆ। ਲੌਂਗ ਟਰਮ ਕੇਅਰ ਵਿਜ਼ੀਟੇਸ਼ਨ ਰਿਸਟ੍ਰਿਕਸ਼ਨਸ ਜਿਹੜੀਆਂ ਸਕੂਲਾਂ ਦੇ ਵਿੱਚ ਚਾਈਲਡ ਕੇਅਰ ਗਾਈਡਲਾਈਨਸ ਆ ਉਹ ਵੀ ਇਨ ਪਲੇਸ ਰਹਿਣਗੀਆਂ ਇਸੇ ਤਰ੍ਹਾਂ ਜਿਹੜੀਆਂ ਪਹਿਲਾਂ ਸੀਗੀਆਂ। ਹੁਣ ਇਹ ਵੀ ਇੱਥੇ ਦੱਸਿਆ ਜਾ ਰਿਹਾ ਆ ਕਿ ਅਸੀਂ ਜਿਸ ਤਰ੍ਹਾਂ ਡਾਟਾ ਆਉਂਦਾ ਆ ਉਹਦੇ ਆਧਾਰ ਦੇ ਉੱਤੇ ਇਹਨਾਂ ਨੂੰ ਚੱਕਿਆ ਜਾਊਗਾ। ਅਪ੍ਰੈਲ 12 ਜਾਂ ਉਹਦੇ ਤੋਂ ਪਹਿਲਾਂ ਜਿਹੜਾ ਈਸਟਰ ਵੀਕਐਂਡ ਆ ਉਸ ਵੇਲੇ ਤੱਕ ਲੱਗਦਾ ਕਿ ਕੁਛ ਨਾ ਕੁਛ ਇਹਦੇ ਬਾਰੇ ਕੀਤਾ ਜਾਊਗਾ। ਅਤੇ ਹੁਣ ਦੱਸਿਆ ਜਾ ਰਿਹਾ ਕਿ ਡਾਕਟਰ ਬੋਨੀ ਹੈਨਰੀ ਨੇ ਕਿਹਾ ਕਿ ਉਹਨਾਂ ਦੀ ਇਹ ਆਸ ਆ ਕਿ ਇਹ ਦੁਬਾਰਾ ਇਹਨਾਂ ਰਿਸਟ੍ਰਿਕਸ਼ਨਸ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਨਹੀਂ ਜਾਊਗਾ। ਜਿੱਦਾਂ ਪਹਿਲਾਂ ਜ਼ਿਕਰ ਕੀਤਾ ਕਿ ਇੱਕ ਵਾਰੀ ਚੱਕੀਆਂ ਗਈਆਂ ਤਾਂ ਲੱਗਦਾ ਇਹ ਹੁਣ ਚੱਕੀਆਂ ਗਈਆਂ। ਕੱਲ੍ਹ ਮੰਗਲਵਾਰ ਨੂੰ ਜਿਹੜਾ ਡਾਟਾ ਜਦੋਂ ਇਹ ਦਿੱਤਾ ਗਿਆ ਉਹਨਾਂ ਨੇ ਇਸ ਮਾਮਲੇ ਦੇ ਵਿੱਚ, ਤਾਂ 787 ਕੋਵਿਡ-19 ਦੇ ਪੇਸ਼ੈਂਟ ਸੀਗੇ BC ਹੌਸਪੀਟਲ ਦੇ ਵਿੱਚ। 803 ਉਹ ਤੋਂ ਇੱਕ ਦਿਨ ਪਹਿਲਾਂ ਸੀਗੇ। ICU ਦੇ ਵਿੱਚ ਜਿਹੜੇ ਨੰਬਰ ਆ ਉਹ 124 ਹੋ ਗਿਆ ਸੀ। 2 ਹੋਰ ਮੌਤਾਂ ਹੋਈਆਂ ਨਰਦਰ ਹੈਲਥ ਰੀਜਨ ਦੇ ਵਿੱਚ। ਇਸੇ ਤਰ੍ਹਾਂ 39 ਆਊਟਬ੍ਰੇਕਸ ਹੋਈਆਂ BC ਹੈਲਥ ਕੇਅਰ ਫੈਸਿਲਿਟੀਜ਼ ਦੇ ਵਿੱਚ। ਇਹਦਾ ਜਿਹੜਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੈਕਸੀਨ ਪਾਸਪੋਰਟ ਨੂੰ ਐਂਡ ਕਰਨ ਦੇ ਲਈ ਹਜੇ ਕੋਈ ਲਾਈਨ ਨਹੀਂ ਦਿੱਤੀ ਗਈ। ਅਲਬਰਟਾ, ਸਸਕਾਚਵਿਨ ਦੇ ਵਿੱਚ ਹੁਣ ਇਹਦੀ ਰਿਕੁਆਇਰਮੈਂਟ ਨਹੀਂ ਹੈ। ਮੈਨੀਟੋਬਾ ਅਤੇ ਜਿਹੜਾ ਓਨਟੈਰੀਓ ਆ
ਉਹ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਇਹਨੂੰ ਖਤਮ ਕਰ ਰਿਹਾ, ਪਰ ਬ੍ਰਿਟਿਸ਼ ਕੋਲੰਬੀਆ ਨੇ ਹਜੇ ਇਹ ਖਤਮ ਤਾਂ ਨਹੀਂ ਕੀਤਾ। ਇਹਦੇ ਬਾਰੇ ਕੋਈ ਜਿਹੜੀ ਟਾਈਮਲਾਈਨ ਵੀ ਨਹੀਂ ਦਿੱਤੀ ਕਿ ਐਦੋਂ ਜਾ ਕੇ ਇਹ ਖਤਮ ਹੋ ਜਾਊਗਾ, ਉਹਦੇ ਤੋਂ ਵੀ ਇਹਨਾਂ ਨੇ ਅਜੇ ਤੱਕ ਅਨਾਊਂਸ ਨਹੀਂ ਕੀਤਾ। ਸੋ ਜਦੋਂ ਇਹ ਪੁੱਛਿਆ ਗਿਆ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਦੋਂ ਵੈਕਸੀਨ ਪਾਸਪੋਰਟ ਖਤਮ ਹੋ ਜਾਊਗਾ, ਤਾਂ ਪ੍ਰੀਮੀਅਰ ਜੌਨ ਹੌਰਗਨ ਨੇ ਕਿਹਾ ਕਿ ਪ੍ਰੂਫ ਆਫ ਵੈਕਸੀਨੇਸ਼ਨ ਦਾ ਲੋਕਾਂ ਨੂੰ ਇਹਦੇ ਨਾਲ ਕੰਫਰਟੇਬਲ ਫੀਲ ਕਰਦੇ ਆ। ਲੋਕਾਂ ਨੂੰ ਲੱਗਦਾ ਕਿ ਅਸੀਂ ਜਿੱਥੇ ਕਿਤੇ ਵੀ ਜਾ ਰਹੇ ਹਾਂ ਉੱਥੇ ਇਹਦੇ ਨਾਲ ਅਸੀਂ ਸੇਫ ਹਾਂ, ਸਾਰਿਆਂ ਦੇ ਵੈਕਸੀਨ ਲੱਗੀ ਆ, ਇਸ ਕਰਕੇ ਇਹ ਜ਼ਰੂਰੀ ਆ। ਅਤੇ ਜਿਹੜਾ VC ਵੈਕਸੀਨ ਪਾਸਪੋਰਟ ਦਾ ਪਹਿਲਾਂ 30 ਜੂਨ ਐਂਡ ਡੇਟ ਇਹਦੀ ਦਿੱਤੀ ਸੀ, ਹਾਲਾਂਕਿ ਜਨਵਰੀ ਦੇ ਵਿੱਚ ਪ੍ਰੋਵਿੰਸ ਜਿਹੜਾ ਆ ਉਹਨਾਂ ਨੇ ਕੰਟੀਨਿਊਸਲੀ ਇਹਨੂੰ ਰਿਵਿਊ ਕੀਤਾ ਆ ਇਹ ਸਾਰੇ ਕੁਛ ਨੂੰ, ਅਤੇ ਹੁਣ ਬਾਕੀ ਜਿਹੜੇ ਸਾਰੇ ਪ੍ਰੋਵਿੰਸ਼ੀਅਲ ਮਾਸਕ ਮੈਂਡੇਟ ਆ ਉਹਦੀ ਵੀ ਕੋਈ ਐਕਸਪਾਇਰੀ ਡੇਟ ਨਹੀਂ ਦਿੱਤੀ ਕਿ ਜਦੋਂ ਤੱਕ ਇਹ ਕਦੋਂ ਤੱਕ ਇਹ ਚੱਲਣਾ, ਇਹਦੀ ਵੀ ਕੋਈ ਡੇਟ ਨਹੀਂ ਆ। ਬ੍ਰਿਟਿਸ਼ ਕੋਲੰਬੀਆ ਦੀ ਹੈਲਥ ਮਿਨਿਸਟਰ ਐਡਰੀਅਨ ਡਿਕਸ ਨੇ ਕਿਹਾ ਕਿ 3.8 ਮਿਲੀਅਨ ਹੋਰ ਰੈਪਿਡ ਟੈਸਟ ਕਿਟਸ ਜਿਹੜੀਆਂ ਆ ਉਹ ਐਲੋਕੇਟ ਕੀਤੀਆਂ ਜਾ ਰਹੀਆਂ K to 12 ਸਕੂਲਸ ਦੇ ਤੱਕ, ਕਿੰਡਰਗਾਰਟਨ ਤੋਂ 12ਵੀਂ ਤੱਕ, ਪਲੱਸ ਜਿਹੜੀਆਂ 2.1 ਮਿਲੀਅਨ ਹੋਰ ਕਾਲਜ ਅਤੇ ਯੂਨੀਵਰਸਿਟੀਜ਼ ਲਈ ਦਿੱਤੀਆਂ ਜਾ ਰਹੀਆਂ। ਸੋ ਇਸ ਗੱਲ ਦੇ ਵਿੱਚ ਵੀ ਹੁਣ ਜਿੰਨੀ ਜ਼ਿਆਦਾ ਰੈਪਿਡ ਟੈਸਟਿੰਗ ਹੋਊਗੀ ਉਹਦੇ ਨਾਲ ਵੀ ਕੋਵਿਡ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਮਿਲੂਗੀ। ਬਹੁਤ ਸਾਰੇ ਲੋਕਾਂ ਦੇ ਵੈਕਸੀਨ ਲੱਗ ਚੁੱਕੀ ਹੈ, ਇਹ ਵੀ ਇੱਕ ਬਹੁਤ ਵੱਡਾ ਜਿਹੜਾ ਚੰਗੀ ਗੱਲ ਆ ਜਿਹਦੇ ਨਾਲ ਇਹ ਰਿਸਟ੍ਰਿਕਸ਼ਨਸ ਚੱਕੀਆਂ ਜਾ ਰਹੀਆਂ। ਅਤੇ ਇਹ ਵੀ ਕਿਹਾ ਜਾ ਰਿਹਾ ਕਿ ਕਦੇ ਵੀ ਇਹ ਜ਼ੀਰੋ ਰਿਸਕ ਵਾਲੀ ਗੱਲਬਾਤ ਕਦੇ ਵੀ ਨਹੀਂ ਹੋਣੀ, ਜਿਹੜੀ ਕਿ ਜ਼ੀਰੋ ਰਿਸਕ ਹੋ ਜਾਵੇ। ਹੁਣ ਜਦੋਂ ਕੱਲ੍ਹ ਮੰਗਲਵਾਰ ਵਾਲੇ ਦਿਨ ਇਹ ਡਾਟਾ ਦੇਖਿਆ ਤਾਂ 90.4% ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੇ 5 ਸਾਲ ਤੋਂ ਉੱਪਰ ਵਾਲੇ ਲੋਕ ਨੇ ਉਹਨਾਂ ਨੂੰ ਘੱਟੋ ਘੱਟ ਇੱਕ ਵੈਕਸੀਨ ਦੀ ਡੋਜ਼ ਲੱਗ ਚੁੱਕੀ ਆ, 90.4, ਅਤੇ ਜਿਹੜੇ 85.3 ਆ 85.3% ਨੂੰ ਦੋਵੇਂ ਡੋਜ਼ਜ਼ ਲੱਗ ਚੁੱਕੀਆਂ। ਜਿਹੜੇ ਅੱਧੇ ਤੋਂ ਜ਼ਿਆਦਾ ਅਡਲਟਸ ਨੇ ਉਹਨਾਂ ਨੂੰ ਤੀਜੀ ਡੋਜ਼ ਵੀ ਲੱਗ ਚੁੱਕੀ ਆ। ਸੋ ਇਹ ਸਾਰੇ ਕੁਛ ਦੇ ਵਿੱਚ ਦੇਖਦੇ ਹਾਂ, ਹੌਸਪੀਟਲਾਈਜੇਸ਼ਨ ਦਾ ਰੇਟ ਦੇਖਦੇ ਹਾਂ, ਜਿਸ ਤਰੀਕੇ ਨਾਲ ਵੈਕਸੀਨੇਸ਼ਨ ਘਟ ਰਹੀ ਆ ਉਸ ਤਰੀਕੇ ਨਾਲ ਇਹ ਰਿਸਟ੍ਰਿਕਸ਼ਨਸ ਜਿਹੜੀਆਂ ਚੱਕੀਆਂ ਜਾ ਰਹੀਆਂ ਆ। ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਕੈਨੇਡਾ ਦੇ ਟੌਪ ਡਾਕਟਰਸ ਨੇ ਵੀ ਕਿਹਾ ਸੀ ਕਿ ਜਿਹੜੀਆਂ ਹੈਲਥ ਅਥਾਰਟੀਜ਼ ਆ ਉਹਨਾਂ ਨੂੰ ਹੁਣ ਦੇਖਣਾ ਚਾਹੀਦਾ, ਰਿਵਿਊ ਕਰਨਾ ਚਾਹੀਦਾ ਜਿਹੜੀਆਂ ਰਿਸਟ੍ਰਿਕਸ਼ਨਸ ਲੱਗੀਆਂ ਆ। ਪਿਛਲੇ ਹਫ਼ਤਿਆਂ ਦੇ ਵਿੱਚ ਬਹੁਤ ਸਾਰੇ ਜਿਹੜੇ ਪ੍ਰੋਵਿੰਸ ਸੀਗੇ ਕੈਨੇਡਾ ਦੇ ਉਹਨਾਂ ਨੇ ਇਹਨਾਂ ਰਿਸਟ੍ਰਿਕਸ਼ਨਸ ਨੂੰ ਚੱਕਣਾ ਸ਼ੁਰੂ ਕਰ ਦਿੱਤਾ ਸੀ। ਸੋ ਹੁਣ ਘੱਟੋ ਘੱਟ ਜਿਹੜੀ ਇਨਡੋਰ ਗੈਦਰਿੰਗ ਦੇ ਵਿੱਚ ਰਿਸਟ੍ਰਿਕਸ਼ਨ 50% ਤੋਂ 100% ਕਰ ਦਿੱਤੀ ਆ ਵਿਦ ਮਾਸਕ ਐਂਡ ਵੈਕਸੀਨੇਸ਼ਨ, ਉਹ ਇੱਕ ਬਹੁਤ ਚੰਗੀ ਖਬਰ ਦੱਸੀ ਜਾ ਰਹੀ ਹੈ। ਹਾਲਾਂਕਿ ਮਹਿੰਗਾਈ ਪੂਰੀ ਕੈਨੇਡਾ ਦੇ ਵਿੱਚ ਵੱਧ ਰਹੀ ਹੈ, ਕੈਨੇਡਾ ਦੇ ਵਿੱਚ ਨਹੀਂ ਅਮਰੀਕਾ ਦੇ ਵਿੱਚ, ਬ੍ਰਿਟਨ ਦੇ ਵਿੱਚ ਮਹਿੰਗਾਈ ਜਿਹੜੀ ਆ ਉਹ ਆਪਣੀ ਰੈਕਡ ਹਾਈ ਦੇ ਉੱਤੇ ਇਨਫਲੇਸ਼ਨ ਜਾ ਰਹੀ ਹੈ। ਪਰ ਇਸ ਵੇਲੇ ਗੈਸ ਦਾ ਪ੍ਰਾਈਸ ਕਾਫੀ ਉੱਤੇ ਜਾ ਰਿਹਾ, ਜਿਹਦੇ ਨਾਲ ਖਾਸ ਕਰ ਮੈਟਰੋ ਵੈਨਕੂਵਰ ਦੇ ਵਿੱਚ ਆਲੇ ਦੁਆਲੇ ਦੇਖਣ ਤੋਂ ਪਤਾ ਲੱਗਦਾ ਕਿ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ। ਅੱਜ ਬੁੱਧਵਾਰ ਸਵੇਰੇ ਕੁਝ ਥਾਵਾਂ ਦੇ ਉੱਤੇ ਜਿਹੜੇ ਆ ਉਹ ਇਹਦੇ ਪ੍ਰਾਈਸ ਕਾਫੀ ਹਾਈ ਦੇਖੇ ਗਏ। ਜਿਹੜੀ 1 ਲੀਟਰ ਰੈਗੂਲਰ ਗੈਸ ਆ ਉਹ 182.9 182.9 ਕੁਛ ਵੈਨਕੂਵਰ ਦੇ ਹਿੱਸਿਆਂ ਦੇ ਵਿੱਚ ਦੇਖਿਆ ਗਿਆ, ਜਿਹੜਾ ਕਿ ਕਾਫੀ ਜ਼ਿਆਦਾ ਆ ਪਹਿਲੇ ਸਮਿਆਂ ਦੇ ਨਾਲੋਂ, ਔਰ ਇਹ $2 ਦੇ ਨੇੜੇ ਤੇੜੇ ਜਾਣ ਦੀ ਗੱਲਬਾਤ ਵੀ ਚੱਲ ਰਹੀ ਹੈ ਕਿ ਅਜੇ ਵੀ ਇਹ ਹੋਰ ਉੱਤੇ ਚਲੇ ਜਾਣਾ ਆ। ਐਕਸਪਰਟ ਜਦੋਂ ਦੇਖ ਰਹੇ ਆ ਕਿ ਗੈਸ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਿਉਂ ਹੋ ਰਿਹਾ, ਤੇ ਉਹ ਕਹਿੰਦੇ ਕੋਈ ਇੱਕ ਫੈਕਟਰ ਨਹੀਂ ਹੈ ਜਿਹਦੇ ਕਰਕੇ ਕਿਹਾ ਜਾਵੇ ਕਿ ਗੈਸ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ। ਬਹੁਤ ਸਾਰੇ ਫੈਕਟਰ ਇਹਦੇ ਵਿੱਚ ਰੋਲ ਪਲੇ ਕਰ ਰਹੇ ਆ ਜਿਹਦੇ ਕਰਕੇ ਗੈਸ ਦੀ ਪ੍ਰਾਈਸ ਵੱਧ ਰਹੀ ਆ। ਤੇ ਅੱਜ ਬੁੱਧਵਾਰ ਨੂੰ ਇਹ ਪ੍ਰਾਈਸ 182.9 ਦੇ ਨੇੜੇ ਤੇੜੇ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਨੋਟ ਕੀਤੀ ਗਈ। ਦੱਸਿਆ ਜਾ ਰਿਹਾ ਕਿ ਇਹ ਹੈਰਾਨੀਜਨਕ ਗੱਲ ਨਹੀਂ ਆ ਕਿ ਇਸ ਵੇਲੇ ਜਿਹੜੇ ਕੀਮਤਾਂ ਹੈ ਉੱਤੇ ਜਾਂਦੀਆਂ ਆ, ਕਿਉਂਕਿ ਮਾਰਕੀਟ ਬਹੁਤ ਵੋਲੇਟਾਈਲ ਆ। ਇਸ ਮਾਰਕੀਟ ਦੇ ਵਿੱਚ ਇਸ ਮਾਰਕੀਟ ਨੂੰ ਚਲਾਉਣ ਵਾਲੀਆਂ ਚੀਜ਼ਾਂ ਕਈ ਆ ਜਿਨ੍ਹਾਂ ਦੇ ਨਾਲ ਇਹ ਕੀਮਤਾਂ ਉੱਤੇ ਥੱਲੇ ਜਾਂਦੀਆਂ ਆ। ਅੱਜ ਕਹਿੰਦੇ ਇਹ ਕੀਮਤ ਜਿੱਦਾਂ ਉੱਤੇ ਗਈ ਹੈ, ਕੱਲ੍ਹ ਨੂੰ ਇਹ ਕੀਮਤ ਇਸੇ ਤਰ੍ਹਾਂ ਜਦੋਂ ਅਸੀਂ ਵੀਰਵਾਰ ਨੂੰ ਗੱਲ ਕਰ ਰਹੇ ਹੋਵਾਂਗੇ ਤਾਂ ਇਹ ਉਸ ਵੇਲੇ ਉਹਦੇ ਤੋਂ ਥੱਲੇ ਚਲੇ ਜਾਊਗੀ, ਉਹਦੇ ਤੋਂ ਇੱਕ ਦਿਨ ਬਾਅਦ ਹੋ ਸਕਦਾ ਹੈ ਇਹ ਫਿਰ ਉੱਤੇ ਚਲੇ ਜਾਊਗੀ। ਜਿਵੇਂ ਬਾਊਂਸਿੰਗ ਬਾਲ ਹੁੰਦੀ ਆ ਕਿ ਉਹਨੂੰ ਸਿੱਟ ਦਿੰਦੇ ਆ, ਉਹ ਟੱਪੇ ਖਾਂਦੀ ਜਾਂਦੀ ਆ, ਕਦੇ ਉੱਪਰ ਕਦੇ ਥੱਲੇ। ਐਸੇ ਤਰੀਕੇ ਦੇ ਨਾਲ ਇਹਦੀ ਕੀਮਤਾਂ ਜਿਹੜੀਆਂ ਗੈਸ ਦੀਆਂ ਉੱਤੇ ਥੱਲੇ ਜਾਣਗੀਆਂ। ਮਸਲਾ ਇਹਦਾ ਇਹ ਆ ਕਿ ਜਿਹੜਾ ਕਰੂਡ ਆਇਲ ਆ, ਕੱਚਾ ਤੇਲ ਆ ਜਿਹੜਾ, ਉਹਦੇ ਤੋਂ ਬਾਅਦ ਜਿਹੜੀ ਉਹਦੀ ਸਪਲਾਈ ਆ ਤੇ ਡਿਮਾਂਡ ਆ, ਉਹਦੇ ਉੱਤੇ ਸਾਰਾ ਕੁਝ ਨਿਰਭਰ ਕਰ ਰਿਹਾ ਆ। ਬਹੁਤ ਟਾਈਟ ਸਪਲਾਈ ਆ ਤੇ ਡਿਮਾਂਡ ਜਿਹੜੀ ਉਹ ਕਾਫੀ ਜ਼ਿਆਦਾ ਆ, ਤੇ ਜਿਹੜੀ ਰਿਫਾਈਨਰੀਜ਼ ਹੈਗੀਆਂ ਆ ਉਹ ਥੱਲੇ ਜਾ ਰਹੀਆਂ ਆ ਕਿਉਂਕਿ ਸੀਜ਼ਨ ਦਾ ਕਈ ਫੈਕਟਰ ਉਹਦੇ ਉੱਤੇ ਅਸਰ ਕਰ ਰਿਹਾ। ਪਿਛਲੇ ਸਮੇਂ ਦੇ ਵਿੱਚ ਲੋਕਾਂ ਨੇ ਉਨਾ ਜ਼ਿਆਦਾ ਡਰਾਈਵ ਨਹੀਂ ਕੀਤਾ, ਲੋਕਾਂ ਨੇ ਉਨਾ ਜ਼ਿਆਦਾ ਘਰਾਂ ਦੇ ਵਿੱਚ ਬੈਠ ਕੇ ਕੋਵਿਡ-19 ਤੋਂ ਬਾਅਦ ਉੱਥੇ ਫਿਰ ਜਿਹੜੀ ਮੰਗ ਸੀ ਉਹਦੇ ਵਿੱਚ ਕਮੀ ਆ ਗਈ। ਜਦੋਂ ਮੰਗ ਦੇ ਵਿੱਚ ਕਮੀ ਆਉਂਦੀ ਹੈ ਤਾਂ ਸਪਲਾਈ ਦੇ ਵਿੱਚ ਵੀ ਕਮੀ ਆਉਂਦੀ ਹੈ,
ਤੇ ਹੁਣ ਉਹ ਸਪਲਾਈ ਉਸ ਪੱਧਰ ਦੀ ਉਸ ਥਾਂ ਦੇ ਉੱਤੇ ਨਹੀਂ ਜਾ ਰਹੀ ਜਿੰਨੀ ਇਹਦੀ ਮੰਗ ਹੁਣ ਵੱਧ ਗਈ ਹੈ, ਕਿਉਂਕਿ ਲੋਕ ਘਰਾਂ ਦੇ ਵਿੱਚੋਂ ਨਿਕਲਣਾ ਸ਼ੁਰੂ ਹੋ ਗਿਆ। ਸੋ ਜਿੰਨੇ ਇਹਦੇ ਗੈਸੋਲੀਨ ਦੀ ਪ੍ਰਾਈਸ ਆ, ਇਹਦੀ ਜਿਹੜੀ ਸਪਲਾਈ ਜਿੰਨੀ ਟਾਈਟ ਆ, ਉਹ ਖਾਸ ਤੌਰ ਦੇ ਉੱਤੇ ਇਸ ਵੇਲੇ ਇੱਕ ਵੱਡਾ ਫੈਕਟਰ ਆ ਇਹਦੀਆਂ ਕੀਮਤਾਂ ਵਧਣ ਦੇ ਵਿੱਚ। ਇਹ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੀਮਤਾਂ ਹੋਰ ਵੀ ਵਧਣਗੀਆਂ। ਜਿਹੜੀ ਬਹੁਤ ਸਾਰੀ ਪ੍ਰੋਡਕਸ਼ਨ ਆ ਉਹ ਆਫਲਾਈਨ ਚਲੇ ਗਈ ਸੀ ਪਿਛਲੇ ਸਾਲ ਜਾਂ ਉਸ ਤੋਂ ਵੀ ਪਿਛਲੇ ਸਾਲ, ਜਦੋਂ ਕਿ ਡਰਾਈਵਰ ਹੀ ਨਹੀਂ ਸੀ ਰੋਡ ਦੇ ਉੱਤੇ, ਲੋਕ ਗੱਡੀਆਂ ਚਲਾ ਹੀ ਨਹੀਂ ਸੀ ਰਹੇ। ਤੇ ਜਿਹੜਾ ਹੁਣ ਇਹਦੀਆਂ ਕੀਮਤਾਂ ਕਿਸ ਤਰੀਕੇ ਨਾਲ ਘਟਣਗੀਆਂ, ਕਹਿੰਦੇ ਇਹ ਸਪਰਿੰਗ ਤੱਕ ਐਸੇ ਤਰ੍ਹਾਂ ਰਹੂਗਾ। ਤੇ ਵਾਰਨਿੰਗ ਇਹ ਵੀ ਆ ਕਿ ਜਿਹੜੀਆਂ ਹਾਇਰ 189.9 ਤੱਕ ਵੀ ਕੁਝ ਪੁਆਇੰਟਸ ਦੇ ਉੱਤੇ ਇਹ ਕੀਮਤਾਂ ਜਾ ਸਕਦੀਆਂ। ਪਰ ਫਿਰ ਵੀ ਕਹਿੰਦੇ ਲੋਕ ਜਿਹੜੇ ਆ ਉਹ ਡਰਾਈਵ ਕਰਨੋਂ ਨਹੀਂ ਹਟਦੇ, ਭਾਵੇਂ ਕੀਮਤਾਂ ਉੱਪਰ ਚਲੇ ਜਾਣ। ਜਿਹੜੀ ਲੋੜਾਂ ਦੇ ਲਈ ਉਹਨਾਂ ਨੇ ਡਰਾਈਵ ਕਰਨਾ ਉਹ ਕਰਨਾ ਹੀ ਆ। ਕਿ ਜੇ ਕਿਸੇ ਨੂੰ ਤੁਸੀਂ ਇਹ ਕਹੋ ਵੀ $2 ਦੇ ਉੱਤੇ ਤੁਸੀਂ ਜਿਹੜਾ $2 ਦਾ ਲੀਟਰ ਗੈਸ ਲੈ ਕੇ ਤੁਸੀਂ ਬਾਹਰ ਘੁੰਮਣ ਜਾਣਾ, ਤਾਂ ਕੋਈ ਵੀ ਨਾ ਕਹੂਗਾ। ਪਰ ਉਹ ਕਹਿੰਦੇ ਇਹ ਅਸਲ ਦੇ ਵਿੱਚ ਕੋਈ ਵੀ ਹੁਣ ਘਰ ਰਹਿਣਾ ਨਹੀਂ ਚਾਹੁੰਦਾ, ਭਾਵੇਂ ਕੀਮਤਾਂ ਜਿਹੜੀਆਂ ਇਸ ਵੇਲੇ ਉੱਤੇ ਚਲੇ ਗਈਆਂ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਉੱਤੇ ਚਲੇ ਜਾਣੀਆਂ। ਪਰ ਫਿਰ ਵੀ ਲੋਕ 189.9 ਤੱਕ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਕੀਮਤ ਚਲੇ ਜਾਂਦੀ ਆ ਤਾਂ ਇਹਦੀ ਮੰਗ ਉਸੇ ਤਰ੍ਹਾਂ ਰਹਿਣੀ ਆ। ਕਰੂਡ ਆਇਲ ਦੀ, ਕੱਚੇ ਤੇਲ ਦੀ ਕੀਮਤ ਤੇ ਦੂਜਾ ਸਪਲਾਈ ਦਾ ਇਸ਼ੂ, ਇਹ ਫੈਕਟਰਸ ਮੁੱਖ ਤੌਰ 'ਤੇ ਜ਼ਿੰਮੇਵਾਰ ਨੇ ਕਿ ਗੈਸ ਦੀਆਂ ਕੀਮਤਾਂ ਕਿੱਥੇ ਜਾ ਕੇ ਰੁਕਦੀਆਂ। ਅੱਜ ਗੱਲ ਕਰਦੇ ਹਾਂ ਕਿਰਨ ਢੇਸੀ ਬਾਰੇ। ਕਿਰਨ ਢੇਸੀ ਅੱਜ ਫਿਰ ਚਰਚਾ ਦੇ ਵਿੱਚ ਆ। 2017 ਦੇ ਵਿੱਚ ਕਿਰਨ ਢੇਸੀ ਦਾ ਨਾਂ ਚਰਚਾ ਦੇ ਵਿੱਚ ਆਇਆ ਸੀ। ਇੱਕ ਪੰਜਾਬੀ ਮੂਲ ਦੀ ਕੁੜੀ ਜਿਹਦੀ ਮੌਤ ਹੋ ਗਈ ਸੀ, ਜਿਹਦਾ ਕਤਲ ਕਰ ਦਿੱਤਾ ਗਿਆ ਸੀ। ਇੱਕ ਅੱਗ ਲੱਗੀ ਕਾਰ ਦੇ ਵਿੱਚੋਂ ਉਹਦੀ ਬੋਡੀ ਮਿਲੀ ਸੀ। ਅੱਜ ਉਸ ਮਾਮਲੇ ਦੇ ਵਿੱਚ ਇੱਕ ਵਿਅਕਤੀ ਨੂੰ ਦੋਸ਼ੀ ਠਹਿਰਾ ਦਿੱਤਾ ਗਿਆ। ਹਰਜੋਤ ਸਿੰਘ ਦਿਓ ਇਹਦਾ ਨਾਂ ਦੱਸਦੇ ਆ, ਔਰ ਇਹਨੂੰ ਸਜ਼ਾ ਇਸ ਮਹੀਨੇ ਦੇ ਅੱਗੇ ਚੱਲ ਕੇ ਸੁਣਾਈ ਜਾਊਗੀ। ਇਸ ਮਾਮਲੇ ਨੇ ਪੂਰੇ ਕੈਨੇਡਾ ਨੂੰ, ਪੂਰੇ ਬ੍ਰਿਟਿਸ਼ ਕੋਲੰਬੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ। 19 ਸਾਲਾਂ ਦੀ ਕੁੜੀ ਕਿਰਨ ਢੇਸੀ ਦੇ ਨਾਂ ਨਾਲ ਵੀ ਜਾਣੀ ਜਾਂਦੀ ਸੀ। ਅਗਸਤ 2017 ਦੇ ਵਿੱਚ ਉਹਦੀ ਬੋਡੀ SUV ਦੇ ਵਿੱਚ ਸਰੀ ਦੇ ਵਿੱਚ ਮਿਲੀ ਸੀ, ਜਿਹਨੂੰ ਕਿ ਅੱਗ ਲੱਗੀ ਸੀ। ਇਹ 19 ਸਾਲਾ ਕਿਰਨ ਢੇਸੀ ਜਿਹੜੀ ਆ ਕਾਰ ਦੇ ਵਿੱਚ ਜਦੋਂ ਮਿਲੀ ਸੀ 24 ਐਵਨਿਊ ਦੇ ਉੱਤੇ 184 ਤੇ 188 ਸਟਰੀਟ ਦੇ ਵਿਚਕਾਰ। ਉਹਦੇ ਤੋਂ ਬਾਅਦ ਉਹਦੇ ਪਰਿਵਾਰ ਨੇ ਇੱਕ ਬੜੀ ਭਾਵੁਕ ਅਪੀਲ ਲੋਕਾਂ ਨੂੰ ਕੀਤੀ ਸੀ ਦਸੰਬਰ 2018 ਦੇ ਵਿੱਚ ਕਿ ਉਹਦਾ ਕਤਲ ਹੋ ਗਿਆ ਆ ਤੇ ਫੈਮਿਲੀ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਕਤਲ ਹੋਇਆ ਕਿਉਂ ਆ, ਸਾਡੀ ਮਦਦ ਕੀਤੀ ਜਾਵੇ। ਪੁਲਿਸ ਨੂੰ ਵੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਹ ਸਾਰੇ ਕੁਛ ਦੇ ਵਿੱਚ ਉਹਦੀ ਭੈਣ ਅੰਜਲੀ ਢੇਸੀ ਨੇ ਇਹ ਅਪੀਲ ਕੀਤੀ ਸੀ ਕਿ ਇੱਕ ਬਹੁਤ ਚੰਗੀ ਜਿਹੜੀ ਉਹਨਾਂ ਦੀ ਭੈਣ ਸੀਗੀ ਉਹ ਉਹਨਾਂ ਕੋਲੋਂ ਗਵਾਚ ਗਈ ਆ, ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਮਦਦ ਕੀਤੀ ਜਾਵੇ। ਇਹ ਸਾਰੇ ਕੁਛ ਨੂੰ ਦੱਸਣ ਦੇ ਵਿੱਚ ਵੀ ਕਿਸ ਤਰ੍ਹਾਂ ਇਹ ਸਾਰਾ ਕੁਛ ਵਾਪਰਿਆ ਸੀ। ਇਹ ਵੀ ਇੱਥੇ ਜ਼ਿਕਰਯੋਗ ਆ ਕਿ ਕਿਰਨ ਢੇਸੀ ਨੇ ਜਦੋਂ ਉਹਦੀ ਮੌਤ ਹੁੰਦੀ ਆ ਉਹਦੇ ਤੋਂ 6 ਮਹੀਨੇ ਪਹਿਲਾਂ ਕਿਡਨੀ ਟ੍ਰਾਂਸਪਲਾਂਟ ਕੀਤੀ ਗਈ ਸੀ। ਉਹ ਕਿਡਨੀ ਦੀ ਉਹਨੂੰ ਪ੍ਰੋਬਲਮ ਸੀ ਤੇ ਉਹਨੂੰ ਕਿਡਨੀ ਡੋਨੇਟ ਕੀਤੀ ਗਈ ਸੀ। ਤੇ ਮਈ 2019 ਦੇ ਵਿੱਚ ਇਸ ਦਿਓ ਨੂੰ ਅਰੈਸਟ ਕੀਤਾ ਗਿਆ ਸੀ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਤੋਂ, ਤੇ ਉਹਨੂੰ ਸੈਕੰਡ ਡਿਗਰੀ ਮਰਡਰ ਦੇ ਲਈ ਚਾਰਜ ਕੀਤਾ ਗਿਆ ਸੀ। ਪੁਲਿਸ ਇਹ ਦੱਸਦੀ ਸੀ ਕਿ ਇਹ ਤੇ ਢੇਸੀ ਜਿਹੜੇ ਇਹ ਭਵਕਿਰਨ ਤੇ ਇਹ ਦਿਓ ਇਹ ਇੱਕ ਰੋਮਾਂਟਿਕ ਰਿਲੇਸ਼ਨਸ਼ਿਪ ਦੇ ਵਿੱਚ ਸੀਗੇ, ਇਸ ਤਰ੍ਹਾਂ ਮੰਨਿਆ ਜਾਂਦਾ ਹੈ। ਜਦੋਂ ਉਹਦੇ ਤੋਂ ਬਾਅਦ ਉਹਦੇ ਪਰਿਵਾਰ ਦੇ ਦਿਓ ਦੇ ਪਰਿਵਾਰ ਦੇ ਕੁਝ ਹੋਰ ਮੈਂਬਰ ਵੀ ਗ੍ਰਿਫਤਾਰ ਕੀਤੇ ਗਏ ਸੀ। ਉਹਦੀ ਮਦਰ ਉਹਨੂੰ ਚਾਰਜ ਕੀਤਾ ਗਿਆ ਸੀ। ਇਸੇ ਤਰ੍ਹਾਂ ਹੀ ਉਹਦੇ ਫੈਮਿਲੀ ਮੈਂਬਰ, ਉਹਦੀ ਜਿਹੜਾ ਸਿਸਟਰ, ਉਹਦਾ ਬ੍ਰਦਰ ਤੇ ਐਕਸਟੈਂਡਡ ਫੈਮਿਲੀ ਦੇ ਇੱਕ ਮੈਂਬਰ ਨੂੰ ਵੀ ਚਾਰਜ ਕੀਤਾ ਗਿਆ ਸੀ ਇਸੇ ਨਾਲ ਸੰਬੰਧਿਤ, ਇਸੇ ਸਾਰੇ ਕੁਛ ਦੇ ਨਾਲ ਸੰਬੰਧਿਤ। ਉਹਦੇ ਤੋਂ ਬਾਅਦ ਅਕਤੂਬਰ 2019 ਦੇ ਵਿੱਚ ਦੱਸਦੇ ਆ ਕਿ ਬੇਲ ਮਿਲ ਗਈ ਸੀ। ਇਹ ਉਹ ਹਾਦਸਾ ਸੀ, ਇਹ ਉਹ ਇਨਸੀਡੈਂਟ ਸੀ ਜਿਹਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ। ਇੱਕ 19 ਸਾਲਾਂ ਦੀ ਹੱਸਦੀ ਖੇਡਦੀ ਕੁੜੀ ਦਾ ਕਤਲ ਹੋ ਗਿਆ ਸੀ। ਉਸ ਕਤਲ ਦੇ ਵਿੱਚ ਗ੍ਰਿਫਤਾਰੀ ਹੋਈ ਸੀ। ਲੰਬਾ ਸਮਾਂ ਇਹਦੇ ਉੱਤੇ ਚਰਚਾ ਚੱਲਦੀ ਰਹੀ। ਹੁਣ ਉਹਦੇ ਸਬੰਧ ਦੇ ਵਿੱਚ ਹਰਜੋਤ ਸਿੰਘ ਦਿਓ ਨੂੰ ਜਿਹੜਾ ਉਹਨੂੰ ਦੋਸ਼ੀ ਠਹਿਰਾਇਆ ਗਿਆ। ਇਸ ਮਹੀਨੇ ਦੇ ਅੱਗੇ ਚੱਲ ਕੇ ਉਹਨੂੰ ਸਜ਼ਾ ਸੁਣਾਈ ਜਾਂਦੀ ਆ ਕਿ ਇਸ ਮਾਮਲੇ ਦੇ ਵਿੱਚ ਉਹਨੂੰ ਕਿਹੜੀ ਸਜ਼ਾ ਮਿਲਦੀ ਹੈ। ਟਰੱਕਾਂ ਦੇ ਪ੍ਰੋਟੈਸਟ ਦੇ ਮਾਮਲੇ ਦੇ ਵਿੱਚ ਲਗਾਤਾਰ ਨਿੱਤ ਕੋਈ ਨਾ ਕੋਈ ਵੱਡੀ ਖਬਰ ਆ ਰਹੀ ਹੈ, ਵੱਡੀਆਂ ਤਬਦੀਲੀਆਂ ਹੋ ਰਹੀਆਂ। ਪੁਲਿਸ ਇਸ ਵੇਲੇ ਇੱਕ ਅਗਲਾ ਕਦਮ ਲੈ ਰਹੀ ਹੈ ਕਿ ਜਿਹੜਾ ਇਹ ਕੌਨਵਾਏ ਪ੍ਰੋਟੈਸਟ ਆ ਇਹਨੂੰ ਡਾਊਨਟਾਊਨ ਓਟਵਾ ਦੇ ਵਿੱਚ ਉਹਨਾਂ ਲੋਕਾਂ ਨੂੰ ਨੋਟਿਸ ਦਿੱਤੇ ਜਾ ਰਹੇ ਆ, ਸਰਵ ਕੀਤੇ ਜਾ ਰਹੇ ਆ। ਪੁਲਿਸ ਉਹਨਾਂ ਨੂੰ ਜਾ ਕੇ ਡੈਮੋਸਟ੍ਰੇਸ਼ਨ ਵਾਲੀ ਥਾਂ ਦੇ ਉੱਤੇ ਅੱਜ ਬੁੱਧਵਾਰ ਨੋਟਿਸ ਦੇ ਰਹੀ ਹੈ। ਉਹ ਅੰਦਰ ਜਾ ਰਿਹਾ ਪ੍ਰੋਟੈਸਟ ਦੇ ਵਿੱਚ ਤੇ ਜਾ ਕੇ ਉਹ ਜਿਹੜਾ ਉਹਨਾਂ ਨੂੰ ਦਿੱਤੇ ਜਾ ਰਹੇ ਪ੍ਰਿੰਟਡ ਨੋਟਿਸ ਦਿੱਤੇ ਜਾ ਰਹੇ ਆ, ਜਿਨ੍ਹਾਂ ਦੇ ਵਿੱਚ ਦੱਸਿਆ ਆ
ਕਿ ਤੁਸੀਂ ਇਹ ਏਰੀਏ ਨੂੰ ਇਮੀਡੀਏਟਲੀ ਕਲੀਅਰ ਕਰ ਦਿਓ, ਇੱਥੋਂ ਤੁਸੀਂ ਚਲੇ ਜਾਓ, ਇੱਥੇ ਤੁਸੀਂ ਹੁਣ ਹੋਰ ਮੁਜ਼ਾਹਰਾ ਨਹੀਂ ਕਰ ਸਕਦੇ, ਇੱਥੇ ਤੁਸੀਂ ਹੋਰ ਧਰਨਾ ਨਹੀਂ ਦੇ ਸਕਦੇ। ਜੇ ਤੁਸੀਂ ਇੱਦਾਂ ਨਹੀਂ ਕਰਦੇ ਤੁਹਾਡੇ ਉੱਤੇ ਚਾਰਜ ਲੱਗਣਗੇ, ਤੁਸੀਂ ਉਹਦੇ ਲਈ ਤਿਆਰ ਰਹੋ। ਜਿਹੜਾ ਵੀ ਕੋਈ ਵਿਅਕਤੀ ਇਸ ਵੇਲੇ ਸਟਰੀਟ ਨੂੰ ਰੋਕ ਰਿਹਾ ਜਾਂ ਦੂਜਿਆਂ ਦੀ ਉਹਨੂੰ ਮਦਦ ਕਰ ਰਿਹਾ ਇਸ ਕੰਮ ਦੇ ਵਿੱਚ, ਉਹ ਕਿਸੇ ਸਟਰੀਟ ਨੂੰ ਰੋਕ ਰਿਹਾ ਜਾਂ ਜਿਹੜਾ ਇਹ ਕੋਈ ਵੀ ਰਸਤਾ ਰੋਕਣਾ ਜਾਂ ਰਸਤਾ ਰੋਕਣ ਦੇ ਵਿੱਚ ਮਦਦ ਕਰਨੀ, ਇਹ ਇੱਕ ਕ੍ਰਿਮੀਨਲ ਆਫੈਂਸ ਆ। ਅਤੇ ਇਹਦੇ ਲਈ ਉਸ ਨੋਟਿਸ ਦੇ ਉੱਤੇ ਲਿਖਿਆ ਹੈ ਕਿ ਤੁਹਾਨੂੰ ਗ੍ਰਿਫਤਾਰ ਕੀਤਾ ਜਾ ਸਕਦਾ। ਇਸ ਕਰਕੇ ਤੁਸੀਂ ਜਿਹੜੀਆਂ ਅਨਲਾਫੁਲ ਐਕਟੀਵਿਟੀਜ਼ ਆ ਉਹਨਾਂ ਨੂੰ ਹੁਣੇ ਬੰਦ ਕਰਕੇ ਇੱਥੋਂ ਚਲੇ ਜਾਓ, ਨਹੀਂ ਤਾਂ ਤੁਹਾਡੇ ਉੱਤੇ ਅਸੀਂ ਫਿਰ ਚਾਰਜ ਲਾਵਾਂਗੇ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਕਿਹਾ ਸੀ ਕਿ ਕੀ ਉਹਨਾਂ ਨੂੰ ਪੁੱਛਿਆ ਗਿਆ ਸੀ ਜਦੋਂ ਕਿ ਤੁਸੀਂ ਫੋਰਸ ਜਾਂ ਪੁਲਿਸ ਦੀ ਵਰਤੋਂ, ਫੌਜ ਦੀ ਵਰਤੋਂ ਕਰੋਗੇ ਇਹਨਾਂ ਪ੍ਰੋਟੈਸਟਰਸ ਨੂੰ ਇੱਥੋਂ ਜਿਹੜੀ ਹਟਾਉਣ ਦੇ ਲਈ, ਅਤੇ ਉਹਨਾਂ ਨੇ ਜਿਹੜਾ ਇਸ ਮਾਮਲੇ ਵਿੱਚ ਕਿਹਾ ਸੀ ਕਿ ਅਸੀਂ ਫੋਰਸ ਨਹੀਂ ਯੂਜ਼ ਕਰ ਰਹੇ, ਜਿਹੜਾ ਡਿਸੀਜਨ ਆ ਇਹ ਪੁਲਿਸ ਨੇ ਬਣਾਉਣਾ ਆ ਕਿ ਉਹ ਰਾਈਟ ਪੋਸੀਬਲ ਵੇ ਦੇ ਨਾਲ ਕਿੱਦਾਂ ਆਪਣੇ ਇਸ ਫੈਸਲੇ ਨੂੰ ਲਾਗੂ ਕਰਦੇ, ਇਹਨਾਂ ਨੂੰ ਇੱਥੋਂ ਹਟਾਉਣ ਦਾ, ਉਹ ਪੁਲਿਸ ਦਾ ਡਿਸੀਜਨ ਆ। ਅਤੇ ਇਹ ਵੀ ਤੁਹਾਨੂੰ ਪਤਾ ਕਿ ਜਿਹੜੀਆਂ ਐਮਰਜੈਂਸੀਜ਼ ਐਕਟ ਹੈ ਉਹ ਵੀ ਇਨਵੋਕ ਕੀਤਾ ਗਿਆ ਸੀ ਸੋਮਵਾਰ ਨੂੰ, ਪਰਸੋਂ ਜਾਣੀ ਕਿ ਅੱਜ ਤੋਂ ਜਿਹੜਾ ਲੰਘਿਆ ਸੋਮਵਾਰ ਆ, ਅਤੇ ਪੁਲਿਸ ਨੂੰ ਪਾਵਰ ਦਿੱਤੀ ਗਈ ਸੀ ਕਿ ਕਿਸੇ ਤਰ੍ਹਾਂ ਇਹ ਡੈਮੋਸਟ੍ਰੇਸ਼ਨ ਨੂੰ ਖਤਮ ਕੀਤਾ ਜਾਵੇ। ਉਹਦੇ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕਈ ਪਾਸਿਓਂ ਆਲੋਚਨਾ ਵੀ ਹੋ ਰਹੀ ਸੀ। ਇਹ ਪ੍ਰੋਟੈਸਟ ਚੱਲਦਾ ਪ੍ਰਧਾਨ ਮੰਤਰੀ ਦੇ ਅਸਤੀਫੇ ਦੀ ਮੰਗ ਵੀ ਕਰਨ ਲੱਗ ਪਿਆ ਸੀ। ਲੋਕ ਸਪਸ਼ਟ ਰੂਪ ਦੇ ਵਿੱਚ ਵੰਡੇ ਗਏ ਸੀ, ਕੁਛ ਲੋਕ ਇਹਦੀ ਸਪੋਰਟ ਕਰ ਰਹੇ ਸੀ, ਕੁਛ ਲੋਕ ਇਹਦੀ ਸਪੋਰਟ ਨਹੀਂ ਕਰ ਰਹੇ ਸੀ, ਅਤੇ ਪ੍ਰਧਾਨ ਮੰਤਰੀ ਦੇ ਇਹ ਸਾਰੇ ਮਾਮਲੇ ਨੂੰ ਹੈਂਡਲ ਕਰਨ ਦੇ ਤਰੀਕੇ ਦੀ ਆਲੋਚਨਾ ਕਰ ਰਹੇ ਸੀ ਬਈ ਇਹ ਕਿਉਂ ਨਹੀਂ ਹੈਂਡਲ ਕੀਤਾ ਗਿਆ। ਕਈ ਲੀਡਰ ਕਹਿ ਰਹੇ ਸੀ ਕਿ ਪ੍ਰਧਾਨ ਮੰਤਰੀ ਨੂੰ ਹੁਣ ਆਪਣੀ ਲੀਡਰਸ਼ਿਪ ਦਿਖਾਉਣੀ ਚਾਹੀਦੀ ਆ ਅਤੇ ਇਹਨਾਂ ਦੇ ਉੱਤੇ ਸਖਤ ਫੈਸਲਾ ਲੈਣਾ ਚਾਹੀਦਾ, ਇਹਨਾਂ ਨੂੰ ਇੱਥੋਂ ਹਟਾਉਣਾ ਚਾਹੀਦਾ ਆ। ਪਰ ਇਹ ਸਾਰਾ ਕੁਝ ਜਿਹੜਾ ਨਹੀਂ ਵਾਪਰਿਆ ਸੀ। ਹੁਣ ਇਹ ਕਿਹਾ ਗਿਆ ਕਿ ਜੇ ਤੁਸੀਂ ਇਹ ਜਿਹੜਾ ਨੋਟਿਸ ਉਹਨਾਂ ਨੂੰ ਦਿੱਤਾ ਗਿਆ, ਜੇ ਇਹਨੂੰ ਨਹੀਂ ਫੋਲੋ ਕਰਦੇ ਤਾਂ ਤੁਹਾਨੂੰ $5,000 ਤੱਕ ਦਾ ਜੁਰਮਾਨਾ ਹੋ ਸਕਦਾ ਆ। ਜੇ ਤੁਸੀਂ ਕੋਈ ਵੀ ਇਹਨਾਂ ਨੂੰ ਏਡ ਸਪਲਾਈਜ਼ ਕਰਦੇ ਆ ਜਾਂ ਕੋਈ ਸਪਲਾਈਜ਼ ਇਹਨਾਂ ਤੱਕ ਲੈ ਕੇ ਆਉਣੇ ਆ ਜਾਂ ਉਹਦੇ ਵਿੱਚ ਇਨਵੋਲਵ ਹੁੰਦੇ ਆ, ਤਾਂ ਤੁਹਾਨੂੰ ਜਿਹੜਾ ਆ ਉਹ ਜੁਰਮਾਨਾ ਵੀ ਹੋਊਗਾ ਅਤੇ ਤੁਹਾਨੂੰ ਜਿਹੜਾ ਸਜ਼ਾ ਵੀ ਹੋ ਸਕਦੀ ਆ। ਬਹੁਤ ਸਾਰੇ ਲੋਕ ਮਦਦ ਕਰ ਰਹੇ ਆ ਇਸ ਧਰਨਾ ਦੇਣ ਵਾਲੇ ਲੋਕਾਂ ਦੀ, ਉਹਨਾਂ ਨੂੰ ਸਮਾਨ ਲਿਆ ਕੇ ਦਿੰਦੇ ਆ। ਜਾਂ ਇੱਥੇ ਇਹ ਵੀ ਕਿਹਾ ਗਿਆ ਜਦੋਂ ਇਹਨਾਂ ਟਰੱਕਰਸ ਨੂੰ ਇੱਥੋਂ ਹਟਾਉਣ ਦੀ ਗੱਲਬਾਤ ਆਉਂਦੀ ਸੀ ਤਾਂ ਵੱਡੀ ਸਮੱਸਿਆ ਇਹ ਸੀ ਕਿ ਬੱਚੇ ਇਹਨਾਂ ਦੇ ਨਾਲ ਆ, ਬਹੁਤ ਸਾਰੇ ਟਰੱਕਾਂ ਦੇ ਵਿੱਚ ਬੱਚੇ ਆ, ਅਤੇ ਬੱਚਿਆਂ ਨੂੰ ਹੈਂਡਲ ਕਰਨਾ ਪੁਲਿਸ ਦੇ ਲਈ ਬਹੁਤ ਵੱਡੀ ਸਮੱਸਿਆ ਹੈ। ਹੁਣ ਇਹ ਵੀ ਕਹਿ ਦਿੱਤਾ ਗਿਆ ਕਿ ਜੇ ਬੱਚਿਆਂ ਨੂੰ ਤੁਸੀਂ ਇਸ ਡੈਮੋਸਟ੍ਰੇਸ਼ਨ ਦੇ ਵਿੱਚ ਲਿਆਉਂਦੇ ਆ ਤਾਂ ਉਹ ਵੀ ਇੱਕ ਗਲਤ ਗੱਲ ਆ, ਅਤੇ ਉਹਦੇ ਲਈ ਵੀ ਤੁਹਾਨੂੰ ਜੁਰਮਾਨਾ ਹੋ ਸਕਦਾ। ਭਾਵ ਕੀ ਆ ਕਿ ਪੁਲਿਸ ਹੁਣ ਸਖਤ ਹੋਣਾ ਸ਼ੁਰੂ ਹੋ ਗਿਆ ਇਸ ਸਾਰੇ ਮਾਮਲੇ ਦੇ ਵਿੱਚ। ਜਿਹੜੇ ਉਹ ਕਹਿ ਰਹੇ ਆ ਕਿ ਅਸੀਂ ਇੱਥੋਂ ਜਾਣਾ ਨਹੀਂ ਆ ਕਿਉਂਕਿ ਜਿੰਨਾ ਚਿਰ ਸਾਡੀ ਗੱਲਬਾਤ ਨਹੀਂ ਮੰਨੀ ਜਾਂਦੀ। ਅੱਜ 20ਵੇਂ ਦਿਨ ਦੇ ਵਿੱਚ ਇਹ ਪ੍ਰੋਟੈਸਟ, ਅੱਜ ਬੁੱਧਵਾਰ ਨੂੰ 20ਵੇਂ ਦਿਨ ਦੇ ਵਿੱਚ ਇਹ ਪ੍ਰੋਟੈਸਟ ਦਾਖਲ ਹੋ ਚੁੱਕਾ ਆ। RCMP ਅਤੇ ontario ਪ੍ਰੋਵਿੰਸ਼ੀਅਲ ਪੁਲਿਸ ਨੇ ਇਹਦਾ ਕੰਟਰੋਲ ਲਾ ਇਨਫੋਰਸਮੈਂਟ ਦਾ ਓਟਵਾ ਦੇ ਵਿੱਚ ਆਪਣੇ ਵਿੱਚ ਕੋਲ ਲੈ ਲਿਆ ਸੀ। ਔਰ ਇਹ ਵੀ ਤੁਹਾਨੂੰ ਪਤਾ ਆ ਕਿ ਜਿਹੜੇ ਪੁਲਿਸ ਚੀਫ ਆ ਉੱਥੋਂ ਦੇ, ਉਹਨਾਂ ਨੇ ਰੈਜ਼ੀਗਨੇਸ਼ਨ ਦੇ ਦਿੱਤਾ। ਇਸ ਮਾਮਲੇ ਦੇ ਵਿੱਚ ਵੀ ਕਾਫੀ ਸਾਰੀ ਆਲੋਚਨਾ ਹੋਈ ਸੀ। ਓਟਵਾ ਪੁਲਿਸ ਦੇ ਚੀਫ ਪੀਟਰ ਸਟੋਲੀ ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਆਪਣੀ ਪੋਜੀਸ਼ਨ ਤੋਂ ਕੱਲ੍ਹ। ਕਾਫੀ ਸਾਰਾ ਉਹਨਾਂ ਦੇ ਉੱਤੇ ਵੀ ਬਲੇਮ ਆ ਰਿਹਾ ਸੀ ਕਿ ਤੁਸੀਂ ਜਿਹੜੇ ਟਰੱਕ ਆ ਇਹਨਾਂ ਨੂੰ ਸ਼ਹਿਰ ਦੀਆਂ ਸੜਕਾਂ ਦੇ ਉੱਤੇ ਆਉਣ ਕੇ ਇਸ ਤਰੀਕੇ ਨਾਲ ਦਿੱਤਾ, ਅਤੇ ਜਿਹੜੇ ਓਟਵਾ ਵਾਸੀ ਨੇ ਉਹਨਾਂ ਨੂੰ ਵੱਡੀ ਸਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਸੀ। ਜਿਹੜੀ ontario ਜੱਜ ਆ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਸੋਮਵਾਰ ਨੂੰ ਜਿਹੜਾ ਇਹ ਵੀ ਕਿਹਾ ਸੀ ਕਿ ਜਿਹੜਾ ਇਹ ਰੌਲਾ ਰੱਪਾ ਪੈਦਾ ਕੀਤਾ ਜਾ ਰਿਹਾ ਹੌਰਨ ਵਜਾ ਕੇ, ਇਹ ਵੀ ਗਲਤ ਆ। ਸੋ ਇਸ ਮਾਮਲੇ ਦੇ ਵਿੱਚ ਬਹੁਤ ਕੁਛ ਚੱਲਿਆ ਆ। ਐਤਵਾਰ ਰਾਤ ਨੂੰ ਓਟਵਾ ਦੇ ਮੇਅਰ ਜਿਮ ਵਾਟਸਨ ਨੇ ਕਿਹਾ ਸੀ ਕਿ ਸਿਟੀ ਜਿਹੜੀ ਆ ਉਹ ਇਹਦੇ ਨਾਲ, ਇਹਨਾਂ ਲੋਕਾਂ ਦੇ ਪ੍ਰੋਟੈਸਟਰ ਦੇ ਨਾਲ ਡੀਲ ਦੇ ਵਿੱਚ ਵਿਚਾਲੇ ਆ ਕੇ ਰੁਕ ਗਏ ਆ। ਪੁਲਿਸ ਨੇ ਅੰਬੈਸਡਰ ਬ੍ਰਿਜ ਨੂੰ ਐਤਵਾਰ ਨੂੰ ਕਲੀਅਰ ਕੀਤਾ ਸੀ, 22 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ, 32 ਵਹੀਕਲ ਵੀ ਉਹਨਾਂ ਨੇ ਫੜ ਲਏ ਸੀਗੇ। ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਿਹੜੇ ਅਲਬਰਟਾ ਦੇ ਵਿੱਚ ਕੁਝ ਥਾਵਾਂ ਦੇ ਉੱਤੇ ਹਥਿਆਰ ਵੀ ਫੜੇ ਸੀ। ਜਿਹੜਾ ਇੱਥੇ ਸਾਡੇ ਪੈਸੀਫਿਕ ਬਾਰਡਰ ਆ ਇਹ ਵੀ ਪੁਲਿਸ ਨੇ ਕਲੀਅਰ ਕਰਾ ਦਿੱਤਾ ਸੀ, ਅਤੇ ਸੋਮਵਾਰ ਤੱਕ ਭਾਵੇਂ ਉਹ ਇੱਥੇ ਰਹੇ, ਸੋਮਵਾਰ ਨੂੰ ਇਸ ਬਾਰਡਰ ਨੂੰ ਕਲੀਅਰ ਕਰਾ ਦਿੱਤਾ ਸੀ। ਲਗਾਤਾਰ ਇਸ ਮਾਮਲੇ ਦੇ ਵਿੱਚ ਬਹੁਤ ਸਾਰੀਆਂ ਅਪਡੇਟਸ ਆ ਰਹੀਆਂ ਆ, ਪਰ ਹੁਣ ਲੱਗਦਾ ਆ ਕਿ ਜਿਹੜੇ ਐਮਰਜੈਂਸੀ ਐਕਟ ਇਨਵੋਕ ਕੀਤਾ ਗਿਆ ਇੱਥੇ, ਉਹਦੀ ਵਰਤੋਂ ਕਰਕੇ ਅੱਜ ਜੇ ਨੋਟਿਸ ਉਹਨਾਂ ਨੂੰ ਦੇ ਦਿੱਤੇ ਗਏ ਆ ਕਿ ਤੁਸੀਂ ਇੱਥੋਂ ਚਲੇ ਜਾਓ ਨਹੀਂ ਤਾਂ ਕਾਰਵਾਈ ਕੀਤੀ ਜਾਊਗੀ। ਲੱਗਦਾ ਕਿ ਜਲਦੀ ਇਸ ਡੈਮੋਸਟ੍ਰੇਸ਼ਨ ਦਾ, ਇਸ ਪ੍ਰੋਟੈਸਟ ਨੂੰ ਖਤਮ ਕਰ ਦਿੱਤਾ ਜਾਊਗਾ। ਮੈਕਸੀਕੋ ਦੇ ਵਿੱਚ ਇੱਕ ਵੀਡੀਓ ਬਹੁਤ ਵਾਇਰਲ ਹੋਈ ਹੈ। ਮੈਕਸੀਕੋ ਦੀ ਇਹ ਵੀਡੀਓ ਆ ਦੁਨੀਆ ਦੇ ਵਿੱਚ ਵਾਇਰਲ ਹੋ ਰਹੀ ਹੈ। ਮੈਕਸੀਕੋ ਦੇ ਵਿੱਚ ਕੁਆਟੇਮੋਕ ਇੱਕ ਸ਼ਹਿਰ ਆ, ਉਸ ਸ਼ਹਿਰ ਦੇ ਵਿੱਚ ਇੱਕ ਘਰ ਦੇ ਉੱਤੇ ਕੈਮਰਾ ਲੱਗਿਆ ਆ। ਉਸ ਕੈਮਰੇ ਦੇ ਵਿੱਚ ਇੱਕ ਵੀਡੀਓ ਰਿਕਾਰਡ ਹੁੰਦੀ ਆ ਕਿ ਬਹੁਤ ਸਾਰੇ ਪੰਛੀਆਂ ਦਾ ਝੁੰਡ
ਪੂਰੇ ਦੇ ਪੂਰੇ ਕਿੰਨੇ ਸੈਂਕੜੇ ਦੀ ਗਿਣਤੀ ਵਿੱਚ ਜਿਹੜੇ ਪੰਛੀ ਆ ਅਚਾਨਕ ਜ਼ਮੀਨ ਦੇ ਉੱਤੇ ਡਿੱਗ ਪੈਂਦੇ, ਅਸਮਾਨ ਵਿੱਚ ਉੱਡਦੇ ਉੱਡਦੇ। ਇਹ ਜਿਹੜੇ ਪੰਛੀ ਸੀਗੇ ਇਹ ਡਿੱਗਦੇ ਆ, ਡਿੱਗਣ ਤੋਂ ਬਾਅਦ ਬਹੁਤ ਸਾਰੇ ਪੰਛੀਆਂ ਦੀ ਉੱਥੇ ਡਿੱਗਣ 'ਤੇ ਮੌਤ ਹੋ ਜਾਂਦੀ ਆ। 7 ਫਰਵਰੀ ਦੀ ਇਹ ਘਟਨਾ ਦੱਸਦੇ ਆ। ਇਹਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਇਆ। ਟਵਿੱਟਰ ਦੇ ਉੱਤੇ ਇਹਨੂੰ 14 ਲੱਖ ਲੋਕ ਜਿਹੜੇ ਆ ਉਹ ਦੇਖ ਚੁੱਕੇ ਆ। ਕਈ ਲੋਕ ਹੁਣ ਇਹਦੇ ਬਾਰੇ ਅਲੱਗ-ਅਲੱਗ ਰਾਵਾਂ ਚੱਲ ਰਹੀਆਂ ਕਿ ਅਚਾਨਕ ਮੈਕਸੀਕੋ ਦੇ ਸ਼ਹਿਰ ਦੇ ਉੱਤੇ ਉੱਡਦੇ ਉੱਡਦੇ ਪੰਛੀ ਸਾਰੇ ਜ਼ਮੀਨ ਦੇ ਉੱਤੇ ਕਿੱਦਾਂ ਡਿੱਗ ਪਏ। ਇਸ ਮਾਮਲੇ ਦੇ ਵਿੱਚ ਕੁਝ ਲੋਕ ਕਹਿੰਦੇ ਆ ਜਿਹੜੀ 5G ਟੈਕਨੋਲੋਜੀ ਆ ਉਹ ਜਾਂ ਬਿਜਲੀ ਦੀਆਂ ਜਿਹੜੀਆਂ ਤਾਰਾਂ ਉਹ ਜ਼ਿੰਮੇਵਾਰ ਦੱਸੀਆਂ ਜਾਂਦੀਆਂ। ਹੁਣ ਜਿਹੜੇ ਬਰਡ ਐਕਸਪਰਟ ਆ ਕੁਛ ਇਹ ਵੀ ਦੱਸ ਸਕਦੇ ਆ ਕਿ ਜਿਹੜੇ ਕੋਈ ਬਾਜ ਵਰਗੇ ਕੋਈ ਪੰਛੀ ਕਹਿੰਦੇ ਇਹਨਾਂ ਨੂੰ ਹੋ ਸਕਦਾ ਪੈ ਗਿਆ ਹੋਵੇ ਤੇ ਇਹ ਸਾਰੇ ਦੇ ਸਾਰੇ ਪੰਛੀ ਜਿਹੜੇ ਆ ਉਹ ਥੱਲੇ ਡਿੱਗ ਪੈਣ। ਮਾਮਲਾ ਜਦੋਂ 5G ਨੈਟਵਰਕ ਨਾਲ ਜਾ ਕੇ ਜੁੜਦਾ ਤਾਂ ਤੁਹਾਨੂੰ ਪਤਾ ਅਮਰੀਕਾ ਦੇ ਵਿੱਚ ਜਿਹੜਾ 5G ਹੋਮ ਇੰਟਰਨੈਟ ਸਰਵਿਸ ਅਕਤੂਬਰ 2018 ਦੇ ਵਿੱਚ ਸ਼ੁਰੂ ਹੋਈ ਸੀ। ਹਾਈ ਸਪੀਡ ਇੰਟਰਨੈਟ ਆ ਤੇ ਇਸ 5G ਇੰਟਰਨੈਟ ਬਾਰੇ ਬਹੁਤ ਸਾਰੀਆਂ ਗੱਲਾਂ ਬਾਤਾਂ ਚੱਲਦੀਆਂ ਆ ਵੀ ਇਹ ਮਨੁੱਖ ਦੇ ਲਈ ਜਾਂ ਬਾਕੀ ਚੀਜ਼ਾਂ ਦੇ ਲਈ ਖਤਰਨਾਕ ਆ। ਇਹਦੇ ਵਿੱਚ ਜਿਹੜਾ ਕਿਸੇ ਨਾ ਕਿਸੇ ਤਰ੍ਹਾਂ ਇਹ ਜਿਹੜਾ ਸਪੈਕਟਰਮ ਆ ਇਹਨੂੰ ਲੈ ਕੇ ਗੱਲਬਾਤ ਚੱਲਦੀ ਆ ਕਿ ਇਹ ਕੋਈ ਨਾ ਕੋਈ ਡਿਸਟਰਬੈਂਸ ਇਹਦੇ ਵਿੱਚ ਕਰਦਾ ਆ। ਤੇ ਇਹ ਜਿਹੜੀ ਫੁਟੇਜ ਸਾਹਮਣੇ ਆਈ ਆ ਜਿਹਦੇ ਵਿੱਚ ਕਈ ਸੈਂਕੜੇ ਵਰਡ ਮੈਕਸੀਕੋ ਦੇ ਵਿੱਚ ਪੰਛੀ ਡਿੱਗ ਪਏ ਆ ਉਹਨੂੰ ਇਹਦੇ ਨਾਲ ਆ ਕੇ ਜੋੜਿਆ ਜਾ ਰਿਹਾ। ਜਿਹੜੇ ਜਦੋਂ ਇਹ ਪੰਛੀ ਡਿੱਗੇ ਆ ਵੀਡੀਓ ਦੇ ਵਿੱਚ ਬਹੁਤ ਸਾਰੇ ਤੇ ਇਹਦੇ ਵਿੱਚੋਂ ਉੱਡ ਗਏ ਪਰ ਕੁਝ ਥੱਲੇ ਡਿੱਗ ਕੇ ਉਸੇ ਵੇਲੇ ਹੀ ਮਰ ਗਏ। ਯੈਲੋ ਹੈਡਡ ਬਲੈਕ ਬਰਡ ਇਹਨੂੰ ਕਹਿੰਦੇ ਆ ਜਿਹੜਾ ਇਹ ਗਰੁੱਪ ਸੀਗਾ ਔਰ ਬਹੁਤ ਸਾਰੇ ਪੰਛੀ ਆ ਜਿਹੜੇ ਇੱਧਰੋਂ ਉੱਧਰ ਹਮੇਸ਼ਾ ਜਾਂਦੇ ਆ। ਤੇ ਇਹ ਵੀ ਕਹਿੰਦੇ ਇਹਨਾਂ ਦੇ ਮਾਮਲੇ ਦੇ ਵਿੱਚ ਵੀ ਇਹੀ ਹੋਇਆ ਹੋ ਕਿ ਕੈਨੇਡੀਅਨ ਬਰਡਸ ਨੇ, ਕੈਨੇਡਾ ਦੇ ਪੰਛੀ ਨੇ ਤੇ ਇਹ ਜਿਹੜੇ ਮਾਈਗ੍ਰੇਟ ਕਰਦੇ ਆ ਠੰਡ ਦੇ ਵੇਲੇ ਦੇ ਵਿੱਚ ਮੈਕਸੀਕੋ ਵੱਲ ਨੂੰ। ਸੋ ਇੱਥੋਂ ਉੱਡ ਕੇ ਮੈਕਸੀਕੋ ਜਾਂਦੇ ਆ ਤੇ ਮੈਕਸੀਕੋ ਤੋਂ ਫਿਰ ਇਹ ਵਾਪਸ ਆ ਜਾਂਦੇ ਆ। ਇਹ ਪੰਛੀਆਂ ਦਾ ਝੁੰਡ ਡਿੱਗ ਪੈਣਾ ਇੱਕ ਜਿਹੜੀ ਵੱਡੀ ਖਬਰ ਆ ਤੇ ਇਹ ਉਸ ਵੇਲੇ ਖਬਰ ਹੋਰ ਵੀ ਵੱਡੀ ਬਣ ਜਾਂਦੀ ਆ ਜਦੋਂ 5G ਇੰਟਰਨੈਟ ਨੂੰ ਇਹਦੇ ਨਾਲ ਜੋੜ ਕੇ ਕੁਝ ਗੱਲਾਂ ਬਾਤਾਂ ਜਿਹੜੀਆਂ ਚੱਲ ਰਹੀਆਂ ਆ। ਇਹ ਬਰਡ ਬੌਂਬ ਜਿਹੜਾ ਇਹ ਇਨਸੀਡੈਂਟ ਹੋਇਆ ਆ ਇਹਦੇ ਕਈ ਲੌਜੀਕਲ ਐਕਸਪਲੇਨੇਸ਼ਨਸ ਦਿੱਤੀਆਂ ਜਾ ਰਹੀਆਂ ਆ। ਬਹੁਤ ਸਾਰੇ ਜਿਹੜੇ ਇਕੋਲੋਜਿਸਟ ਆ ਉਹ ਇਹਦੇ ਬਾਰੇ ਆਪਣੇ ਦੱਸ ਰਹੇ ਆ ਕਿ ਉਹ ਲੋਕ ਕਹਿੰਦੇ ਇਹਦਾ 5G ਨੈਟਵਰਕ ਨਾਲ ਕੋਈ ਸੰਬੰਧ ਨਹੀਂ, ਕਿ ਪੰਛੀ ਅਸਲ ਦੇ ਵਿੱਚ ਜਦੋਂ ਝੁੰਡ ਦੇ ਵਿੱਚ ਉੱਡਦੇ ਆ ਤੇ ਇਹ ਇੱਕ ਦੂਜੇ ਨੂੰ ਫੋਲੋ ਕਰਦੇ ਆ ਤੇ ਜਦੋਂ ਇੱਕ ਪੰਛੀ ਫਿਰ ਰਸਤਾ ਬਦਲ ਲੈਂਦਾ ਇਹ ਸਾਰੇ ਰਸਤਾ ਬਦਲ ਲੈਂਦੇ ਆ। ਕਹਿੰਦੇ ਹੋਇਆ ਇਹ ਹੋ ਸਕਦਾ ਵੀ ਕਿਸੇ ਬਾਜ ਵਰਗੇ ਪੰਛੀ ਨੇ ਇਹਨਾਂ ਦੇ ਉੱਤੇ ਹਮਲਾ ਕਰ ਦਿੱਤਾ, ਇਸ ਕਰਕੇ ਸਾਰੇ ਦੇ ਸਾਰੇ ਥੱਲੇ ਆ ਕੇ ਡਿੱਗ ਪਏ। ਕੁਛ ਇਹਨਾਂ ਦੇ ਵਿੱਚੋਂ ਉੱਠ ਗਏ ਤੇ ਬਾਕੀ ਜਿਹੜੇ ਉੱਥੇ ਉਹਨਾਂ ਦੀ ਉਹ ਖਤਮ ਹੋ ਗਏ। ਇਹ ਵੀ ਇੱਕ ਥਿਊਰੀ ਇਸ ਮਾਮਲੇ ਦੇ ਵਿੱਚ ਦਿੱਤੀ ਜਾ ਰਹੀ ਹੈ। ਬਹੁਤ ਸਾਰੇ ਵੈਟਰਨੇਰੀਅਨ ਨੇ ਉਹ ਇਹਦੇ ਬਾਰੇ ਦੱਸਦੇ ਆ ਕਿ ਇਹ ਵੀ ਹੋ ਸਕਦਾ ਕਿ ਕੋਈ ਉੱਥੇ ਹਵਾ ਦੇ ਵਿੱਚ ਜਿਹੜੀ ਲੱਕੜ ਬਲ ਰਹੀ ਸੀ ਉਹਦਾ ਧੂਆਂ ਜਾਂ ਹੀਟਰਸ ਦੇ ਵਿੱਚੋਂ ਉੱਤੇ ਜਾਂ ਕੋਈ ਇੱਦਾਂ ਦੀ ਗੈਸ ਉੱਤੇ ਚਲੇ ਗਈ ਆ ਤੇ ਉਹ ਗੈਸ ਇਹਨਾਂ ਪੰਛੀਆਂ ਨੂੰ ਚੜ੍ਹ ਗਈ ਤਾਂ ਇਹ ਡਿੱਗ ਪਏ। ਜਦੋਂ ਤੁਸੀਂ ਟਵਿੱਟਰ ਦੇ ਉੱਤੇ ਜਾ ਕੇ ਵੀਡੀਓ ਦੇਖਦੇ ਆ ਤਾਂ ਆਪਣੇ ਆਪ ਦੇ ਵਿੱਚ ਸੱਚਮੁੱਚ ਹੈਰਾਨੀ ਹੁੰਦੀ ਹੈ ਕਿ ਕਿਵੇਂ ਇੱਕ ਵੱਡਾ ਸਾਰਾ ਗਰੁੱਪ ਜਿਹੜਾ ਉਹ ਥੱਲੇ ਡਿੱਗ ਜਾਂਦਾ। ਇਸ ਮਾਮਲੇ ਦੇ ਵਿੱਚ ਬਹੁਤ ਸਾਰੇ ਸਵਾਲ ਉੱਠਦੇ ਆ ਕਿ ਕੈਨੇਡਾ ਦੇ ਪੰਛੀ ਉੱਡ ਕੇ ਇਹ ਅਮਰੀਕਾ ਟੱਪ ਕੇ ਮੈਕਸੀਕੋ ਵਾਲੇ ਪਾਸੇ ਕਿੱਦਾਂ ਚਲੇ ਗਏ। ਇੱਥੇ ਦੱਸਣਾ ਜਾਂਦਾ ਕਿ ਹਰ ਸਾਲ ਜਿਹੜੇ ਪੰਛੀ ਆ ਉਹ ਇੱਕ ਥਾਂ ਤੋਂ ਦੂਜੇ ਥਾਂ ਦੇ ਉੱਤੇ ਜਾਂਦੇ ਆ। ਇਹਨਾਂ ਪੰਛੀਆਂ ਦਾ ਇਸ ਤਰੀਕੇ ਨਾਲ ਡਿੱਗਣਾ ਜਿਹੜੇ ਵਿਗਿਆਨੀ ਮਾਈਗ੍ਰੇਟਰੀ ਬਰਡਸ ਦੀ ਸਟੱਡੀ ਕਰਦੇ ਆ ਉਹਨਾਂ ਦੇ ਲਈ ਵੀ ਇੱਕ ਬਹੁਤ ਵੱਡਾ ਸਵਾਲ ਬਣਿਆ ਹੋਇਆ ਕਿ ਜੇ ਇਸ ਤਰ੍ਹਾਂ, ਕਿਉਂਕਿ ਕਈ ਕਿਲੋਮੀਟਰ, ਕਈ ਹਜ਼ਾਰਾਂ ਕਿਲੋਮੀਟਰ ਦੂਰ ਤੱਕ ਇਹ ਪੰਛੀ ਟਰੈਵਲ ਕਰਦੇ ਆ ਤੇ ਸਮੁੰਦਰ ਦੇ ਉੱਤੋਂ ਵੀ ਟਰੈਵਲ ਕਰਦੇ ਔਰ ਕਈ ਦਿਨ ਕਹਿੰਦੇ ਪੰਛੀ ਉੱਡਦੇ ਰਹਿੰਦੇ ਆ। ਉੱਥੇ ਕਦੇ ਇਸ ਤਰੀਕੇ ਨਾਲ ਨਹੀਂ ਡਿੱਗਦੇ। ਕਈ ਦਿਨ ਬਿਨਾਂ ਰੁਕਿਓ ਇਹ ਹਵਾ ਦੇ ਵਿੱਚ ਉੱਡਦੇ ਆ। ਜੇ ਉਦੋਂ ਨਹੀਂ ਇਹ ਡਿੱਗਦੇ ਤਾਂ ਫਿਰ ਇੱਥੇ ਕੀ ਵਾਪਰਿਆ ਸੀ ਜਿਹਦੇ ਨਾਲ ਇਹ ਸਾਰਾ ਕੁਝ ਹੋ ਗਿਆ ਤੇ ਕੀ ਇਹ ਹੋਰ ਥਾਵਾਂ ਦੇ ਉੱਤੇ ਵੀ ਹੋ ਰਿਹਾ। ਤੇ ਇਹ ਤਾਂ ਵੀਡੀਓ ਦੇ ਵਿੱਚ ਫੜਿਆ ਗਿਆ, ਹੋ ਸਕਦਾ ਉਹ ਨਾ ਫੜਿਆ ਜਾਂਦਾ ਹੋਵੇ। ਜਿਹੜੇ ਦੁਨੀਆ ਦੇ ਲਗਭਗ 10,000 ਪੰਛੀਆਂ ਦੇ ਵਿੱਚੋਂ ਜਿਹੜੇ 1800 ਪੰਛੀਆਂ ਦੀ ਜਿਹੜੀ ਕਿਸਮ ਆ ਉਹ ਲੰਬੀ ਦੂਰੀ ਤੋਂ ਆਉਣ ਵਾਲੇ ਹੁੰਦੇ ਆ। ਇਹ ਫੂਡ ਕਹਿੰਦੇ ਇਹਨਾਂ ਦੀ ਖਾਸ ਚੀਜ਼ ਹੁੰਦੀ, ਇਸ ਕਰਕੇ ਜਾਂਦੇ ਆ ਇੱਕ ਥਾਂ ਤੋਂ ਦੂਜੇ, ਉੱਤਰ ਤੋਂ ਦੱਖਣ ਵੱਲ ਨੂੰ ਪ੍ਰਵਾਸ ਕਰਦੇ ਆ। ਜਿੱਦਾਂ ਸਰਦੀ ਦਾ ਪ੍ਰਕੋਪ ਵੱਧਦਾ ਜਾਂਦਾ, ਬਰਫ਼ਾਂ ਨਾਲ ਹੋ ਜਾਂਦੀਆਂ ਉੱਥੇ ਕੀੜੇ ਮਕੌੜੇ ਜਾਂ ਹੋਰ ਬਨਸਪਤੀ ਘਟ ਜਾਂਦੀ ਹੈ, ਇਹ ਪੰਛੀ ਦੂਜੇ ਪੰਛੀਆਂ ਨੂੰ ਨਾਲ ਲੈ ਕੇ ਦੂਜੇ ਪਾਸੇ ਨੂੰ ਪ੍ਰਵਾਸ ਕਰਨਾ ਸ਼ੁਰੂ ਕਰ ਦਿੰਦੇ ਆ, ਉੱਧਰ ਨੂੰ ਜਾਣਾ ਸ਼ੁਰੂ ਕਰ ਦਿੰਦੇ ਆ। ਜਿਹਨਾਂ ਰਸਤਿਆਂ ਦੇ ਉੱਤੋਂ ਇਹ ਜਾਂਦੇ ਆ, ਫਲਾਈਵੇ ਕਹਿੰਦੇ ਆ ਉਹਨੂੰ, ਪਹਾੜ ਸਮੁੰਦਰੀ ਕੰਢਿਆਂ ਜਾਂ ਕਈ ਵਾਰੀ ਦਰਿਆਵਾਂ ਨੂੰ ਮੁੱਖ ਰੱਖ ਕੇ ਤੈਅ ਕੀਤੇ ਜਾਂਦੇ ਆ, ਉਹਦੇ ਨਾਲ ਇਹ ਉੱਡਦੇ ਜਾਂਦੇ ਆ। ਇਹ ਬਹੁਤ ਸਾਰੀ ਕਹਿੰਦੇ ਆਪਣੀ ਜਿਹੜੀ એનર્ਜੀ ਆ ਉਹਨੂੰ ਬਚਾ ਕੇ ਰੱਖਦੇ ਆ। ਜਿਹੜੀ ਨੈਚੁਰਲ ਹਿਸਟਰੀ ਸੁਸਾਇਟੀ ਆ 1926 ਤੋਂ ਲੈ ਕੇ ਇਹਨਾਂ ਦੇ ਪੈਰਾਂ ਦੇ ਵਿੱਚ ਛੱਲੇ ਪਾ ਦਿੰਦੀ ਆ, ਜਿੱਥੋਂ ਪਤਾ ਲੱਗਦਾ ਵੀ ਕਿੰਨੇ ਪੰਛੀ ਇੱਥੇ ਸੀਗੇ, ਕਿੰਨੇ ਪੰਛੀ ਫਿਰ ਉੱਥੇ ਬਾਹਰ ਜਾਂਦੇ ਆ, ਕਿੰਨੇ ਉਹਨਾਂ ਦੇ ਵਿੱਚੋਂ ਮੁੜ ਕੇ ਆਉਂਦੇ ਆ।
ਇਹ ਇਸ ਚੀਜ਼ ਨੂੰ ਸਟੱਡੀ ਕੰਮ ਜਿਹੜੀ ਰਿੰਗਿੰਗ ਦਾ ਕੰਮ ਆ, ਛੱਲੇ ਪਾਉਣ ਵਾਲਾ ਕੰਮ ਆ, ਜਦੋਂ ਉਹ ਸਾਰੇ ਵਿਗਿਆਨੀ ਸਟੱਡੀ ਕਰਦੇ ਆ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਇੰਨੇ ਪੰਛੀ ਉੱਡ ਕੇ ਗਏ ਸੀ ਤੇ ਬਾਕੀ ਮੁੜ ਕੇ ਇੱਥੇ ਨਹੀਂ ਆਏ, ਤਾਂ ਫਿਰ ਇਹ ਚਿੰਤਾ ਪੈਦਾ ਹੁੰਦੀ ਆ, ਜਿਹਦੇ ਵਿੱਚੋਂ ਮੈਕਸੀਕੋ ਦੇ ਵਿੱਚ ਇੰਨੇ ਪੰਛੀਆਂ ਦਾ ਇਕੱਠੇ ਡਿੱਗ ਪੈਣਾ ਵੀ ਇੱਕ ਜਿਹੜੀ ਚਿੰਤਾ ਪੈਦਾ ਕਰਨ ਵਾਲੀ ਘਟਨਾ। ਪਿਛਲੇ ਸਾਲ BC ਦੇ ਸ਼ਹਿਰ ਕੈਮਲੂਪਸ ਦੇ ਵਿੱਚ ਇੱਕ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ ਅਨਮਾਰਕਡ ਗ੍ਰੇਵਸ ਦਾ ਮਾਮਲਾ ਸਾਹਮਣੇ ਆਇਆ ਸੀ। ਉਹਦੇ ਤੋਂ ਪਹਿਲਾਂ ਸਾਨੂੰ ਇਹਨਾਂ ਗੱਲਾਂ ਬਾਰੇ ਪਤਾ ਨਹੀਂ ਸੀ। ਉਹ ਲਗਾਤਾਰ ਕਬਰਾਂ ਦਾ ਲੱਭਦਾ ਮਾਮਲਾ ਹੁਣ ਤੱਕ ਜਾਰੀ ਆ ਤੇ ਫਸਟ ਨੇਸ਼ਨ ਨੇ ਈਸਟਰਨ ਸਸਕਾਚਵਨ ਦੇ ਵਿੱਚ 54 ਹੋਰ ਗ੍ਰੇਵਸ ਲੱਭੀਆਂ ਆ, ਜਿਨ੍ਹਾਂ ਦੇ ਵਿੱਚ ਇਹ ਬੱਚੇ ਦਫਨ ਕੀਤੇ ਮੰਨੇ ਜਾਂਦੇ ਆ। ਇੱਕ ਕੀਸਕਿਊਸ ਉੱਥੇ ਦੀ ਫਸਟ ਨੇਸ਼ਨ ਆ ਜਿਹੜੀ ਉਹਦੇ ਮੈਂਬਰਸ ਇਹ ਦੱਸ ਰਹੇ ਆ, ਕੱਲ੍ਹ ਮੰਗਲਵਾਰ ਨੂੰ ਇਹ ਉਹਨਾਂ ਨੇ ਜਾਣਕਾਰੀ ਤੇ ਕੁਝ ਫੋਟੋ ਸਾਂਝੀਆਂ ਕੀਤੀਆਂ ਆ ਕਿ ਬਹੁਤ ਸਾਰੀਆਂ ਲੋਕੇਸ਼ਨਸ ਦੇ ਉੱਤੇ ਸਸਕਾਚਵਨ ਦੇ ਵਿੱਚ ਉਹਨਾਂ ਨੇ ਪੈਨੀਟ੍ਰੇਟਿੰਗ ਰਡਾਰ ਦੇ ਨਾਲ ਸਰਚ ਕੀਤੀ। ਇਹ ਦੱਸਦੇ ਆ ਕਿ ਉਹ ਜੋ ਕੁਝ ਉਹਨਾਂ ਦੇ ਵਿੱਚ ਉਹਨਾਂ ਨੂੰ ਮਿਲਿਆ ਆ, ਇਹ ਕਹਾਣੀਆਂ ਬਿਲਕੁਲ ਉਹਨਾਂ ਕਹਾਣੀਆਂ ਦੇ ਨਾਲ ਮਿਲਦੀਆਂ ਆ ਜਿਹੜੀਆਂ ਕਹਾਣੀਆਂ ਉਹਨਾਂ ਦੇ ਬਜ਼ੁਰਗ ਉਹਨਾਂ ਨੂੰ ਕਈ ਪੀੜ੍ਹੀਆਂ ਤੋਂ ਦੱਸਦੇ ਆਏ ਆ। ਉਹਨਾਂ ਕਮਿਊਨਿਟੀਜ਼ ਦੇ ਵਿੱਚ ਆਮ ਤੌਰ ਦੇ ਉੱਤੇ ਇਹ ਗੱਲਾਂ ਚੱਲਦੀਆਂ ਕਿ ਸਾਡੇ ਵੱਡ ਵਡੇਰੇ, ਸਾਡੇ ਬਜ਼ੁਰਗ ਉਹਨਾਂ ਵੇਲਿਆਂ ਦੇ ਵਿੱਚ ਬੱਚਿਆਂ ਨੂੰ ਚੁੱਕ ਕੇ ਲੈ ਜਾਂਦੇ ਸੀ ਤੇ ਚੁੱਕ ਕੇ ਲਿਜਾ ਕੇ ਨਾ ਸਕੂਲਾਂ ਦੇ ਵਿੱਚ ਰੱਖਦੇ ਸੀ, ਰੱਖ ਕੇ ਕੁੱਟਦੇ ਮਾਰਦੇ ਸੀ, ਉਹਨਾਂ ਦੇ ਕੱਪੜੇ ਲਾਹ ਦਿੰਦੇ ਸੀ, ਉਹਨਾਂ ਦੇ ਵਾਲ ਕੱਟ ਦਿੰਦੇ ਸੀ ਤੇ ਬਹੁਤ ਸਾਰੇ ਉੱਥੇ ਨਿਆਣੇ ਮਰ ਜਾਂਦੇ ਸੀ, ਮਰ ਗਿਆਂ ਨੂੰ ਦੱਬ ਦਿੰਦੇ ਸੀ। ਉਹਨਾਂ ਦਾ ਰੈਕਡ ਕੋਈ ਨਹੀਂ ਸੀ ਹੁੰਦਾ ਕਿਹੜਾ ਬੱਚਾ ਕਿੱਥੇ ਮਰਿਆ। ਜਿਨ੍ਹਾਂ ਨੂੰ ਇਹ ਅਨਮਾਰਕਡ ਗ੍ਰੇਵਸ ਕਹਿ ਰਹੇ ਆ ਕਿ ਇਹ ਇੱਥੇ ਹੈਗੀਆਂ ਆ, ਸਾਡੇ ਉਹ ਵੱਡ ਵਡੇਰੇ ਜਿਹੜੇ ਉਸ ਵੇਲਿਆਂ ਦੇ ਬੱਚੇ ਸੀਗੇ ਉਹ ਇੱਥੇ ਦੱਬੇ ਪਏ ਆ। ਇਹ ਇੱਥੋਂ ਦੇ ਮੂਲ ਨਿਵਾਸੀ ਲੋਕਾਂ ਦੇ ਵਿੱਚ ਕਹਾਣੀਆਂ ਆ, ਇੱਕ ਦੂਜੇ ਦੇ ਨਾਲ ਇਹ ਪੀੜ੍ਹੀ ਦਰ ਪੀੜ੍ਹੀ ਕਹਾਣੀਆਂ ਸਾਂਝੀਆਂ ਕਰਦੇ ਆ। ਇਹੀ ਕੁਛ ਕੈਮਲੂਪਸ ਦੇ ਵਿੱਚ ਹੋਇਆ ਸੀ ਕਿ ਸਾਨੂੰ ਪਤਾ ਸੀ। ਹੁਣ ਉਹ ਕਹਿੰਦੇ ਸਾਨੂੰ ਸਾਡੇ ਵੱਡ ਵਡੇਰਿਆਂ ਨੇ ਦੱਸਿਆ ਕਿ ਫਲਾਣੀ ਥਾਂ ਦੇ ਉੱਤੇ ਜਿਹੜੇ ਇਹ ਬੱਚੇ ਆ ਇਹਨਾਂ ਦੀਆਂ ਲਾਸ਼ਾਂ ਪਈਆਂ ਆ, ਪਰ ਉਹਨਾਂ ਨੂੰ ਲੱਭਿਆ ਨਹੀਂ ਸੀ ਜਾ ਸਕਦਾ। ਹੁਣ ਲੱਭਿਆ ਜਾ ਰਿਹਾ। ਇੱਕ ਜਿਹੜਾ ਇਹ ਰਡਾਰ ਸਿਸਟਮ ਆ, ਇਹਦੇ ਨਾਲ ਇੱਕ ਮਸ਼ੀਨ ਨੂੰ ਧਰਤੀ ਦੇ ਉੱਤੇ ਚਲਾਇਆ ਜਾਂਦਾ। ਉਹ ਜਿਸ ਤਰ੍ਹਾਂ ਸਾਡੇ ਕੋਲ MRI ਦਾ ਇਮੇਜ ਆ ਜਾਂਦਾ, ਡਾਕਟਰਾਂ ਦੇ ਕੋਲ ਸਾਡੀ ਬੋਡੀ ਦੀ MRI ਕਰਦੇ ਆ, ਇਸੇ ਤਰ੍ਹਾਂ ਜਦੋਂ ਜ਼ਮੀਨ ਦੇ ਉੱਤੇ ਇਹਨੂੰ ਚਲਾਉਂਦੇ ਆ ਤਾਂ ਉਹਦੇ ਵਿੱਚ ਇਮੇਜਸ ਆ ਜਾਂਦੇ ਕਿ ਫਲਾਣੀ ਥਾਂ ਦੇ ਉੱਤੇ ਇੰਨੀ ਡੂੰਘੀ ਇੱਕ ਲਾਸ਼ ਪਈ ਆ। ਤੇ ਇੱਦਾਂ ਦੀਆਂ 54 ਲਾਸ਼ਾਂ ਬੀਤੇ ਕੱਲ੍ਹ ਸਸਕਾਚਵਨ ਦੇ ਵਿੱਚ ਮਿਲੀਆਂ ਆ। ਤੇ ਜਿਹਦੇ ਤੋਂ ਇਹ ਪਤਾ ਲੱਗਦਾ ਕਿ ਇੱਥੇ ਵੀ ਉਹੀ ਕੁਛ ਹੋਇਆ ਸੀ ਜਿਹੜਾ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਹੋਇਆ। ਸੇਂਟ ਫਿਲਿਪਸ ਤੇ ਫੋਰਟ ਪੈਲੀ ਰੈਜ਼ੀਡੈਂਸ਼ੀਅਲ ਸਕੂਲ ਫਸਟ ਨੇਸ਼ਨ ਦੀ ਇਸ ਧਰਤੀ ਦੇ ਉੱਤੇ ਮੈਨੀਟੋਬਾ ਤੋਂ ਲਗਭਗ ਦੱਸਦੇ ਆ ਕਿ 265 ਕਿਲੋਮੀਟਰ ਨਾਰਥ ਈਸਟ ਰਜਾਈਨਾ ਦੇ ਪਾਸੇ ਨੂੰ ਇਹ ਸਕੂਲ ਦੱਸਿਆ ਜਾਂਦਾ। ਇਹਨੂੰ ਕੈਥੋਲਿਕ ਚਰਚ ਰਨ ਕਰਦਾ ਸੀ। ਇੱਥੇ 42 ਗਰਾਊਂਡ ਪੈਨੀਟ੍ਰੇਟਿੰਗ ਰਡਾਰ ਹਿੱਟਸ ਮਿਲੀਆਂ ਫੋਰਟ ਪੈਲੀ ਸਾਈਟ ਦੇ ਵਿੱਚ, 12 ਹੋਰ ਮਿਲੀਆਂ ਸੇਂਟ ਫਿਲਿਪ ਸਕੂਲ ਦੇ ਵਿੱਚ। ਉਹ ਕਹਿੰਦੇ ਅਸੀਂ ਇਹ ਜਿਹੜਾ ਇਸ ਸੇਂਟ ਫਿਲਿਪ ਹਿੱਲ ਦੇ ਉੱਤੇ ਇੱਦਾਂ ਦਾ ਕਦੇ ਵੀ ਐਕਸਪੈਕਟ ਨਹੀਂ ਸੀ ਕੀਤਾ ਕਿ ਇੱਥੇ ਹੋਊਗਾ। ਉਹ ਕਹਿੰਦੇ ਸਾਡੇ ਲਈ ਇਹ ਵੀ ਬਹੁਤ ਜਿਹੜੀ ਇੱਕ ਮਾੜੀ ਗੱਲ ਆ ਕਿ ਅਸੀਂ ਇਹਨਾਂ ਕਬਰਾਂ ਦੇ ਉੱਤੇ ਤੁਰਦੇ ਰਹੇ ਹਾਂ। ਅਤੇ ਇਹ ਜਦੋਂ ਉਸ ਚੀਜ਼ ਨੂੰ ਲੱਭ ਰਹੇ ਆ, ਇਹਨਾਂ ਦੇ ਕਲਚਰ ਦੇ ਵਿੱਚ, ਇਹਨਾਂ ਦੇ ਸੱਭਿਆਚਾਰ ਦੇ ਵਿੱਚ, ਜਿੱਥੇ ਉਹ ਵਿਅਕਤੀ ਦੱਬੇ ਪਏ ਆ ਉਹਨਾਂ ਦੇ ਉੱਤੇ ਤੁਰਨਾ ਵੀ ਬਹੁਤ ਵੱਡਾ ਗੁਨਾਹ ਮੰਨਿਆ ਜਾਂਦਾ। ਇਹ ਉਹਦੀ ਰਿਸਪੈਕਟ ਕਰਦੇ, ਉਹਦੇ ਉੱਤੇ ਤੁਰਦੇ ਨਹੀਂ। ਅਤੇ ਜਦੋਂ ਇਹ ਰਡਾਰ ਲੈ ਕੇ ਵੀ ਹੁਣ ਉਹਨਾਂ ਥਾਵਾਂ ਦੇ ਉੱਤੇ ਉਹਨਾਂ ਨੂੰ ਲੱਭ ਰਹੇ ਆ, ਉਹਨਾਂ ਲਾਸ਼ਾਂ ਨੂੰ, ਤਾਂ ਉਸ ਵੇਲੇ ਵੀ ਇਹਨਾਂ ਨੂੰ ਬਹੁਤ ਸਾਰੇ ਕਸਟਮਸ ਨੂੰ ਫੋਲੋ ਕਰਦੇ ਆ। ਇੱਕ ਉਹਨਾਂ ਦਾ ਵਿਧੀ ਵਿਧਾਨ ਆ ਜਿਹਦੇ ਤਹਿਤ ਇਹ ਉੱਥੋਂ ਜਾਂਦੇ। ਇੱਦਾਂ ਨਹੀਂ ਕਿ ਜਿਹੜਾ ਮਰਜ਼ੀ ਉੱਥੇ ਜਾ ਕੇ ਤੇ ਲੱਭਣ ਲੱਗ ਜਾਵੇ ਜਾਂ ਰਡਾਰ ਮਸ਼ੀਨ ਚਲਾਉਣ ਲੱਗ ਜਾਵੇ। ਇਸ ਗੱਲ ਦਾ ਵੀ ਉਹ ਕਹਿੰਦੇ ਅਫਸੋਸ ਆ ਕਿ ਸਾਨੂੰ ਘੱਟੋ ਘੱਟ ਪਤਾ ਹੁੰਦਾ ਵੀ ਇੱਥੇ ਥੱਲੇ ਲਾਸ਼ਾਂ ਹੈ, ਅਸੀਂ ਉਹਦਾ ਸਤਿਕਾਰ ਕਰਦੇ, ਉੱਧਰਲੇ ਪਾਸੇ ਨਾ ਜਾਂਦੇ। ਹੁਣ ਇਹ ਜਿਸ ਕਿਸਮ ਦਾ ਸਦਮਾ ਇਹਨਾਂ ਲੋਕਾਂ ਨੂੰ ਲੱਗਾ ਆ, ਜਿਸ ਕਿਸਮ ਦੀਆਂ ਕਹਾਣੀਆਂ ਇਹ ਆਪਣੇ ਸਮੇਂ ਦੇ ਵਿੱਚ ਸੁਣਦੇ ਆਏ ਆ, ਔਰ ਉਹ ਬੱਚੇ ਜਿਨ੍ਹਾਂ ਦਾ ਕੋਈ ਨਾਂ ਥਾਂ ਹੀ ਨਹੀਂ ਪਤਾ ਕਿ ਇਹ ਕੌਣ ਬੱਚੇ ਸੀ, ਕਿਸ ਤਰ੍ਹਾਂ ਜਿਹੜੀਆਂ ਇਹ 54 ਡੈੱਡ ਬੋਡੀਜ਼ ਇੱਥੋਂ ਲੱਭੀਆਂ ਆ, ਉਹਨਾਂ ਬਾਰੇ ਕੁਝ ਵੀ ਨਹੀਂ ਪਤਾ ਕਿ ਇਹ ਕੌਣ ਸੀਗੇ, ਕਿਹੜੇ ਸਮੇਂ ਦੇ ਵਿੱਚ ਇੱਥੇ ਦੱਬੇ ਗਏ ਆ। ਹੁਣ ਉਹ ਕਹਿੰਦੇ ਕਿ ਅਸੀਂ ਇਹਨਾਂ ਅਨਮਾਰਕਡ ਗ੍ਰੇਵਸ ਨੂੰ ਹੋਰ ਲੱਭ ਰਹੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਹੈਗੇ ਆ ਫਸਟ ਨੇਸ਼ਨ ਵਾਲੇ RCMP ਦੇ ਤੇ ਜਿਹੜਾ ਟਰੁਥ ਐਂਡ ਰਿਕਨਸਾਈਲੇਸ਼ਨ ਕਮਿਸ਼ਨ ਦੇ ਨਾਲ ਰਲ ਕੇ ਕੰਮਕਾਰ ਇੱਥੇ ਕਰ ਰਹੇ ਆ। ਇਹਨਾਂ ਬੋਡੀਜ਼ ਨੂੰ ਲੱਭਣ ਦਾ ਕੰਮ ਜਿਹੜਾ ਫੋਰਟ ਪੈਲੀ ਸਕੂਲ ਆ, ਇਹ ਦੱਸਦੇ ਆ ਕਿ 1905 ਤੋਂ ਲੈ ਕੇ 1913 ਤੱਕ ਇੱਥੇ ਚੱਲਦਾ ਰਿਹਾ। ਜਿਹੜਾ ਨੈਸ਼ਨਲ ਸੈਂਟਰ ਫॉर ਟਰੁਥ ਐਂਡ ਰਿਕਨਸਾਈਲੇਸ਼ਨ ਆ, ਉਹ ਦੱਸਦੇ ਆ ਇਹ ਗੱਲ ਕਿ ਇਹਦੇ ਪ੍ਰਿੰਸੀਪਲ ਨੂੰ 1911 ਦੇ ਵਿੱਚ ਫਾਇਰ ਕੀਤਾ ਗਿਆ ਸੀ ਕੁਝ ਕਾਰਨਾਂ ਕਰਕੇ। ਹੁਣ ਜਿਹੜੇ ਦੂਜੀਆਂ ਥਾਵਾਂ ਆ, ਜਿਹੜਾ ਸੇਂਟ ਫਿਲਿਪ ਸਕੂਲ ਆ,
ਇਹ ਦੱਸਦੇ ਆ ਕਿ 1927 ਤੋਂ ਲੈ ਕੇ 1969 ਤੱਕ 1969 ਤੱਕ ਇੱਥੇ ਚੱਲਦਾ ਰਿਹਾ ਤੇ ਇੱਥੇ ਵੀ ਬਹੁਤ ਵੱਡੀ ਪ੍ਰੋਬਲਮ ਸੀਗੀ ਸੈਕਸ਼ੂਅਲ ਤੇ ਫਿਜ਼ੀਕਲ ਅਬਿਊਜ਼ ਦੀ, ਜਿਹਦੇ ਤੋਂ ਬਾਅਦ ਇਹ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਸੀ। ਪਰ ਉਸ ਸਮੇਂ ਦੇ ਦੌਰਾਨ ਜੇ 1927 ਤੋਂ ਲੈ ਕੇ 1969 ਤੱਕ ਸਕੂਲ ਚੱਲਦਾ ਰਿਹਾ ਤਾਂ ਕਿੰਨੇ ਬੱਚੇ ਉੱਥੋਂ ਗੁੰਮ ਹੋ ਗਏ, ਕਿੰਨੇ ਦੀਆਂ ਲਾਸ਼ਾਂ ਜਿਹੜੀਆਂ ਉੱਥੇ ਦੱਬੀਆਂ ਪਈਆਂ ਆ। ਸੋ ਇੱਕ ਅੰਦਾਜ਼ੇ ਅਨੁਸਾਰ 1.5 ਲੱਖ ਦੇ ਕਰੀਬ ਫਸਟ ਨੇਸ਼ਨ ਜਿਹੜੇ ਇਹ ਬੱਚੇ ਹੈਗੇ ਇਹਨਾਂ ਨੇ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿੱਚ ਗਏ ਆ ਤੇ ਹੁਣ ਤੱਕ ਜਿਹੜੀਆਂ 4100 ਡੈਥਸ ਡਾਕੂਮੈਂਟ ਕੀਤੀਆਂ ਗਈਆਂ, ਪਰ ਇਹ ਦੱਸਦੇ ਆ ਕਿ ਗਿਣਤੀ ਬਹੁਤ ਜ਼ਿਆਦਾ ਹੈ ਜਿਨ੍ਹਾਂ ਦਾ ਕਿਸੇ ਕੋਲੇ ਵੀ ਹਿਸਾਬ ਕਿਤਾਬ ਨਹੀਂ ਹੈ ਕਿ ਕਿੰਨੇ ਲੋਕ ਕਿਹੜੀਆਂ ਥਾਵਾਂ ਦੇ ਉੱਤੇ ਮਾਰੇ ਗਏ ਤੇ ਉਹਨਾਂ ਦਾ ਕੀ ਬਣਿਆ। ਵੈਕਸੀਨ ਦੇ ਮਾਮਲੇ ਵਿੱਚ ਭਾਵੇਂ ਬਹੁਤ ਗਿਣਤੀ ਨੇ ਵੈਕਸੀਨ ਲਵਾ ਲਈ, ਪਰ ਜਦੋਂ ਬੱਚਿਆਂ ਦੀ ਵਾਰੀ ਆਈ ਹੈ ਤਾਂ ਬਹੁਤ ਸਾਰੇ ਡਿਸਪਿਊਟ ਸਾਹਮਣੇ ਆ ਰਹੇ ਆ। ਥੋੜ੍ਹੇ ਦਿਨ ਪਹਿਲਾਂ ਵੀ ਤੁਹਾਡੇ ਨਾਲ ਅਸੀਂ ਬ੍ਰਿਟਿਸ਼ ਕੋਲੰਬੀਆ ਦੀ ਖਬਰ ਸਾਂਝੀ ਕੀਤੀ ਸੀ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਲੋਕ ਬੱਚਿਆਂ ਨੂੰ ਵੈਕਸੀਨ ਲਵਾਉਣ ਦੇ ਮਾਮਲੇ ਦੇ ਉੱਤੇ ਵੰਡੇ ਪਏ ਆ। ਮਤਲਬ ਮਾਪਿਆਂ ਦੇ ਵਿੱਚ ਹੀ ਇੰਨਾ ਜ਼ਿਆਦਾ ਇਸ ਗੱਲ ਦੇ ਉੱਤੇ ਡਿਵੀਜ਼ਨ ਆ ਕਿ ਕਿਸੇ ਜਗ੍ਹਾ ਦੇ ਉੱਤੇ ਬੱਚੇ ਦੀ ਮਾਂ ਵੈਕਸੀਨ ਲਵਾਉਣਾ ਚਾਹੁੰਦੀ ਹੈ ਪਰ ਪਿਤਾ ਵੈਕਸੀਨ ਨਹੀਂ ਲਵਾਉਣਾ ਚਾਹੁੰਦਾ, ਕਿਤੇ ਪਿਤਾ ਵੈਕਸੀਨ ਲਵਾਉਣਾ ਚਾਹੁੰਦਾ ਤੇ ਮਾਂ ਵੈਕਸੀਨ ਨਹੀਂ ਲਵਾਉਣੀ ਚਾਹੁੰਦੀ। ਇਸ ਮਾਮਲੇ ਦੇ ਵਿੱਚ ਉਹਨਾਂ ਦੇ ਆਪਸ ਦੇ ਵਿੱਚ ਰੌਲੇ ਪੈ ਰਹੇ ਆ ਤੇ ਮਾਮਲੇ ਅਦਾਲਤਾਂ ਦੇ ਵਿੱਚ ਜਾ ਰਹੇ ਆ। ਇਹ ਅਸੀਂ ਬ੍ਰਿਟਿਸ਼ ਕੋਲੰਬੀਆ ਦੀ ਗੱਲਬਾਤ ਕੀਤੀ ਸੀ। ਸਸਕਾਚਵਨ RCMP ਨੇ ਇੱਕ ਹੋਰ ਜਿਹੜੀ ਕਾਲ ਸੀ ਉਹਨੂੰ ਰੀਨਿਊ ਕੀਤਾ ਆ। ਸਾਰਾ ਜੈਕਸਨ ਦੇ ਮਾਮਲੇ ਦੇ ਵਿੱਚ ਇੱਕ 7 ਸਾਲਾਂ ਦੀ ਕੁੜੀ ਗੁਆਚੀ ਆ ਤੇ ਮੰਨਿਆ ਜਾ ਰਿਹਾ ਕਿ ਉਹਦਾ ਪਿਤਾ ਉਹਨੂੰ ਲੈ ਗਿਆ। ਉਹਨੂੰ ਲੱਭਣ ਦੇ ਵਿੱਚ ਮਦਦ ਕਰਨ ਦੇ ਲਈ ਸਸਕਾਚਵਨ RCMP ਅੱਜ ਫੇਰ ਬੇਨਤੀ ਕਰ ਰਹੀ ਹੈ ਕਿ ਜੇ ਕਿਸੇ ਨੂੰ ਇਸ ਬੱਚੀ ਦਾ ਸਾਰਾ ਜੈਕਸਨ ਦਾ ਪਤਾ ਹੋਵੇ ਤਾਂ ਸਾਨੂੰ ਜ਼ਰੂਰ ਦੱਸੋ। RCMP ਤੇ ਸਾਰਾ ਦੀ ਮਦਰ ਜਿਹੜੀ ਆ ਉਹ ਰਜਾਈਨਾ ਦੇ ਰਹਿਣ ਵਾਲੇ ਆ। ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ ਹੈ ਤੇ ਵੀਡੀਓ ਦੇ ਵਿੱਚ ਉਹ ਅਪੀਲ ਕਰ ਰਹੀ ਹੈ ਲੋਕਾਂ ਨੂੰ ਕਿ ਮੇਰੇ ਗੁਆਚੇ ਹੋਏ ਬੱਚੇ ਨੂੰ ਲੱਭ ਕੇ ਦਿੱਤਾ ਜਾਵੇ। ਔਰ ਇੱਥੇ ਇਹ ਵੀ ਆ ਕਿ ਨਵੰਬਰ ਤੋਂ ਇਹ ਬੱਚੀ ਜਿਹੜੀ ਆ ਇਹ ਗੁਆਚੀ ਆ ਤੇ ਉਹਦੇ ਪਿਤਾ ਦੀ ਇਸ ਮਾਮਲੇ ਦੇ ਵਿੱਚ ਮਾਈਕਲ ਜੈਕਸਨ ਉਹਦਾ ਨਾਂ ਦੱਸਦੇ ਆ, ਉਹਦੀ ਭਾਲ ਕੀਤੀ ਜਾ ਰਹੀ ਆ ਕਿਉਂਕਿ ਮੰਨਿਆ ਇਹ ਜਾ ਰਿਹਾ ਕਿ ਉਹਦਾ ਪਿਤਾ ਉਸ ਬੱਚੀ ਨੂੰ ਚੱਕ ਕੇ ਲੈ ਗਿਆ। ਕੈਨੇਡਾ ਵਾਈਡ ਵਾਰੰਟ ਇਸ਼ੂ ਕੀਤੇ ਗਏ ਆ ਇਸ 52 ਸਾਲਾ ਮਾਈਕਲ ਦੇ ਖਿਲਾਫ ਜਨਵਰੀ ਦੇ ਵਿੱਚ। ਨਵੰਬਰ ਤੋਂ ਇਹ ਬੱਚੀ ਗੁੰਮ ਆ ਤੇ ਜਦੋਂ ਗੱਲਬਾਤ ਸਾਹਮਣੇ ਆਈ ਸੀ ਤੇ ਜਨਵਰੀ ਤੋਂ ਇਹ ਵਾਰੰਟ ਜਿਹੜੇ ਇਹ ਇਸ਼ੂ ਕੀਤੇ ਗਏ ਆ। ਦੱਸਿਆ ਜਾ ਰਿਹਾ ਕਿ ਉਹਦਾ ਜਿਹੜੀ ਔਰਤ ਆ ਉਹਦਾ ਐਕਸ ਹਸਬੈਂਡ ਆ ਇਹ ਜਿਹੜਾ ਉਹ ਸਾਰਾ ਨੂੰ ਲੈ ਕੇ ਚਲਿਆ ਗਿਆ ਤੇ ਮਾਮਲਾ ਇਹ ਸੀ ਕਿ ਉਹ ਆਪਣੀ ਬੱਚੀ ਨੂੰ ਵੈਕਸੀਨ ਨਹੀਂ ਲਵਾਉਣੀ ਚਾਹੁੰਦਾ। ਇਸ ਗੱਲ ਤੋਂ ਤਕਰਾਰ ਆ। ਉਹ ਕਹਿੰਦਾ ਵੀ ਮੈਨੂੰ ਲੱਗਦਾ ਕਿ ਵੈਕਸੀਨ ਦੇ ਨਾਲ ਨੁਕਸਾਨ ਹੋਣਾ ਤੇ ਮੈਂ ਇਸ ਨੁਕਸਾਨ ਤੋਂ ਆਪਣੀ ਬੱਚੀ ਨੂੰ ਬਚਾਉਣਾ ਹੈ ਤੇ ਉਹ ਬੱਚੀ ਨੂੰ ਲੈ ਕੇ ਕਿਤੇ ਅਣਦੱਸੀ ਥਾਂ ਦੇ ਉੱਤੇ ਚਲਿਆ ਗਿਆ। ਤੇ ਹੁਣ ਇਸ ਮਾਮਲੇ ਦੇ ਉੱਤੇ ਉਹ ਕਹਿੰਦੇ ਅਸੀਂ ਉਹਦੀ ਮਾਂ ਇਸ ਵੇਲੇ ਬੇਨਤੀ ਕਰ ਰਹੀ ਹੈ ਵੀ ਮੈਂ ਉਹਨੂੰ ਮਹਿਸੂਸ ਕਰ ਸਕਦੀ ਹਾਂ ਵੀ ਉਹਦਾ ਇੰਨਾ ਵਿਛੋੜੇ ਦਾ ਦੁੱਖ ਆ ਕਿ ਮੈਂ ਉਹਨੂੰ ਆਪਣੇ ਸਾਰੇ ਆਲੇ ਦੁਆਲੇ ਮਹਿਸੂਸ ਕਰਦੀ ਹਾਂ ਵੀ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਲੱਭਣ ਦੇ ਵਿੱਚ ਮੇਰੀ ਮਦਦ ਕੀਤੀ ਜਾਵੇ। ਕਿਸੇ ਨੂੰ ਵੀ ਇਹਦੀ ਇਨਫੋਰਮੇਸ਼ਨ ਹੋਵੇ ਕਿ ਸਾਰਾ ਜਾਂ ਮਾਈਕਲ ਗਾਰਡਨ ਜੈਕਸਨ ਕਿੱਥੇ ਆ ਇਸ ਵੇਲੇ ਤਾਂ ਉਹ ਸਸਕਾਚਵਨ RCMP ਨੂੰ ਉਹਨਾਂ ਦੇ ਨੰਬਰ ਦੇ ਉੱਤੇ 310 RCMP ਯਾਨੀ 7267 ਜਾਂ 3067805563 ਦੇ ਉੱਤੇ ਕਾਲ ਕਰਕੇ ਦੱਸ ਸਕਦੇ ਆ। ਸੋ ਕਈ ਮਾਮਲਿਆਂ ਦੇ ਵਿੱਚ ਆਪਾਂ ਪਹਿਲਾਂ ਇੱਥੇ ਵੀ ਜ਼ਿਕਰ ਕੀਤਾ ਸੀ ਕਿ 2 ਕੇਸ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਇਸ ਤਰ੍ਹਾਂ ਦੇ ਸਾਹਮਣੇ ਆਏ ਸੀ ਜਿਨ੍ਹਾਂ ਦੇ ਵਿੱਚ ਕਪਲ ਜਿਹੜੇ ਆ ਉਹ ਆਪਸ ਦੇ ਵਿੱਚ ਬੱਚਿਆਂ ਨੂੰ ਲੈ ਕੇ ਆਮੋ ਸਾਹਮਣੇ ਹੋ ਗਏ ਸੀ, ਵਿਕਟੋਰੀਆ ਦੇ ਵਿੱਚ ਤੇ ਕਲੋਨਾ ਦੇ ਵਿੱਚ। ਵਿਕਟੋਰੀਆ ਦੇ ਵਿੱਚ BC ਪ੍ਰੋਵਿੰਸ਼ੀਅਲ ਕੋਰਟ ਦੇ ਵਿੱਚ ਵੀ ਜੱਜ ਨੇ ਮਾਂ ਦੇ ਹੱਕ ਵਿੱਚ ਫੈਸਲਾ ਦਿੱਤਾ ਸੀ ਜਿੱਥੇ ਪਿਤਾ ਵੈਕਸੀਨ ਨਹੀਂ ਲਵਾਉਣੀ ਚਾਹੁੰਦਾ ਸੀ। ਇਸੇ ਤਰ੍ਹਾਂ ਜਿਹੜਾ ਓਕਨਾਗਨ ਦੀ ਘਟਨਾ ਸੀ ਉਹਦੇ ਵਿੱਚ ਵੀ ਇਸੇ ਤਰ੍ਹਾਂ ਦਾ ਫੈਸਲਾ ਦਿੱਤਾ ਗਿਆ ਸੀ ਜਿੱਥੇ ਉਹ ਬੱਚੀ ਦੇ ਪਿਤਾ ਨੇ ਬਹੁਤ ਸਾਰੇ ਇੰਟਰਨੈਟ ਤੋਂ ਪ੍ਰਿੰਟ ਆਊਟ ਲੈ ਕੇ ਜੱਜ ਦੇ ਸਾਹਮਣੇ ਰੱਖੇ ਸੀ ਕਿ ਆਹ ਦੇਖੋ ਜਿਹੜੇ ਕਹਿ ਰਹੇ ਆ ਕਿ ਇਸ ਵੈਕਸੀਨ ਦੇ ਨਾਲ ਬੱਚਿਆਂ ਦਾ ਨੁਕਸਾਨ ਹੁੰਦਾ, ਉਹਨਾਂ ਦੀ ਸਿਹਤ 'ਤੇ ਲੌਂਗ ਟਰਮ ਇਫੈਕਟ ਹੁੰਦੇ ਆ ਤੇ ਮੈਂ ਆਪਣੀ ਬੱਚੀ ਨੂੰ ਵੈਕਸੀਨ ਨਹੀਂ ਲਵਾਉਣਾ ਚਾਹੁੰਦਾ। ਪਰ ਜਿਹੜੀ ਅਦਾਲਤ ਸੀ ਉਹਨੇ ਫੈਸਲਾ ਮਾਂ ਦੇ ਹੱਕ ਵਿੱਚ ਦੇ ਦਿੱਤਾ ਸੀ, ਯਾਨੀ ਕਿ ਵੈਕਸੀਨ ਲਵਾਉਣ ਵਾਲਿਆਂ ਦੇ ਹੱਕ ਵਿੱਚ। ਪਿਛਲੇ ਦਿਨਾਂ ਤੋਂ ਕੁਝ ਖਬਰਾਂ ਲਗਭਗ ਰੋਜ਼ ਹੀ ਸਾਡੇ ਸਾਹਮਣੇ ਹੁੰਦੀਆਂ ਜਿਨ੍ਹਾਂ ਦੇ ਵਿੱਚੋਂ COVID-19 ਦੀ ਖਬਰ ਹੁੰਦੀ ਆ, ਟਰੱਕਾਂ ਦੇ ਪ੍ਰੋਟੈਸਟ ਦੀ ਖਬਰ ਹੁੰਦੀ ਆ ਤੇ ਇੱਕ ਹੋਰ ਖਬਰ ਜਿਹੜੀ ਲਗਾਤਾਰ ਸਿਰਫ ਕੈਨੇਡਾ ਦੇ ਵਿੱਚ ਹੀ ਨਹੀਂ ਪੂਰੀ ਦੁਨੀਆ ਦੇ ਸਾਹਮਣੇ ਆ ਰਹੀ ਆ, ਉਹ ਹੈ ਯੂਕਰੇਨ ਤੇ ਰੂਸ ਦਾ ਮਾਮਲਾ। ਲੜਾਈ ਲੱਗਣ ਨੂੰ ਤਿਆਰ ਬੈਠੀ ਆ। ਕਦੇ ਕਹਿ ਦਿੰਦੇ ਆ ਕਿ ਜਿਹੜੇ ਰੂਸ ਦੇ ਫੌਜੀ ਆ ਉਹਨਾਂ ਨੇ ਯੂਕਰੇਨ ਨੂੰ ਘੇਰ ਲਿਆ, ਉੱਥੇ 1.5 ਲੱਖ ਦੇ ਕਰੀਬ ਆਪਣੇ ਫੌਜੀ ਉਹਨਾਂ ਨੇ ਲਾ ਦਿੱਤੇ ਆ। ਫਿਰ ਖਬਰ ਆ ਜਾਂਦੀ ਆ ਕਿ ਨਹੀਂ ਸਮਝੌਤਾ ਆ ਗਿਆ, ਫਿਰ ਖਬਰ ਆ ਜਾਂਦੀ ਆ ਕਿ ਫੌਜੀ ਪਿੱਛੇ ਹਟ ਗਿਆ, ਰੂਸ ਕਹਿੰਦਾ ਸਾਡਾ ਹਮਲਾ ਕਰਨ ਦਾ ਕੋਈ ਇਰਾਦਾ ਨਹੀਂ। ਤੇ ਇਹ ਅਪਡੇਟਸ ਲਗਾਤਾਰ ਸਾਡੇ ਸਾਹਮਣੇ ਰੋਜ਼ ਆ ਰਹੀਆਂ। ਹੁਣ ਇਹ ਜਿਹੜੀ ਟੈਨਸ਼ਨ ਉੱਥੇ ਬਣੀ ਆ ਉਹਦੀ ਇੱਕ ਨਵੀਂ ਤਸਵੀਰ ਸਾਹਮਣੇ ਆਈ ਆ। 2 ਤਰ੍ਹਾਂ ਦੇ ਦਾਅਵੇ ਉੱਥੇ ਕੀਤੇ ਜਾ ਰਹੇ ਆ।
ਬੁੱਧਵਾਰ ਨੂੰ ਰੂਸ ਨੇ ਕਿਹਾ ਕਿ ਉਹਦੀ ਫੌਜ ਜਿਹੜੀ ਆ ਉਹ ਕ੍ਰੀਮੀਆ ਦੇ ਵਿੱਚ ਮਿਲਟਰੀ ਡਰਿਲ ਤੋਂ ਬਾਅਦ ਵਾਪਸ ਲੌਟ ਰਹੀ ਆ। ਦੂਜੇ ਪਾਸੇ ਅਮਰੀਕਾ ਤੇ ਨਾਟੋ ਉਹਦੀ ਹਰ ਹਰਕਤ ਨੂੰ ਸ਼ੱਕ ਦੀ ਨਜ਼ਰ ਨਾਲ ਦੇਖ ਰਿਹਾ। ਨਾਟੋ ਦੇ ਜਿਹੜੇ ਚੀਫ ਨੇ ਜਨਰਲ ਜੇਨਸ ਸਟੈਲਨਬਰਗ, ਉਹਨਾਂ ਨੇ ਇਹ ਕਿਹਾ ਕਿ ਰੂਸ ਦੀ ਜਿਹੜੀ ਇਹ ਸੈਨਾ ਦੀ ਤੈਨਾਤੀ ਹੈ ਇਹ ਵੱਧ ਰਹੀ ਆ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਇਹ ਗੱਲ ਕਹੀ ਆ ਕਿ ਸਾਨੂੰ ਰੂਸ ਦੇ ਵਾਅਦਿਆਂ ਤੇ ਦਾਅਵਿਆਂ ਦੇ ਉੱਤੇ ਫਿਲਹਾਲ ਕੋਈ ਵੀ ਅਸੀਂ ਭਰੋਸਾ ਨਹੀਂ ਕਰ ਸਕਦੇ। ਰੂਸ ਤੇ ਜਿਹੜੇ ਪੱਛਮੀ ਦੇਸ਼ਾਂ ਦੀ ਜ਼ੁਬਾਨੀ ਕਲਾਮੀ ਜਿਹੜੀ ਲੜਾਈ ਚੱਲ ਰਹੀ ਆ, ਬੁੱਧਵਾਰ ਨੂੰ ਉਸ ਵਕਤ ਹੋਰ ਜ਼ਿਆਦਾ ਤੇਜ਼ ਹੋ ਗਈ ਜਦੋਂ ਰੂਸ ਦੀ ਜਿਹੜੀ ਡਿਫੈਂਸ ਮਿਨਿਸਟਰੀ ਆ ਉਹਨਾਂ ਨੇ ਇੱਕ ਬਿਆਨ ਜਾਰੀ ਕਰ ਦਿੱਤਾ ਕਿ ਇਹ ਕਿ ਜਿਹੜੀਆਂ ਰੂਸ ਦੀਆਂ ਫੌਜਾਂ ਆ ਕ੍ਰੀਮੀਆ ਦੇ ਵਿੱਚ ਇੱਕ ਕੋਈ ਸੈਨਾ ਦਾ ਕੋਈ ਅਭਿਆਸ ਆ ਉਹ ਕਰਨ ਤੋਂ ਬਾਅਦ ਆਪਣੇ ਕੈਂਪਾਂ ਵੱਲ ਵਾਪਸ ਆ ਰਹੀਆਂ ਤੇ ਉੱਥੋਂ ਜਿਹੜੇ ਹਥਿਆਰ ਤੇ ਦੂਸਰੇ ਇਕਵਿਪਮੈਂਟਸ ਆ ਉਹ ਵਾਪਸ ਲਿਆਂਦੇ ਜਾ ਰਹੇ ਆ। ਸੋ ਇਹ ਮਾਮਲਾ ਹੁਣ ਅਸਲ ਦੇ ਵਿੱਚ ਮਾਮਲਾ ਕੀ ਹੈ ਇਹ ਅੱਜ ਨਹੀਂ ਸਮਝ ਆ ਰਿਹਾ। ਇੱਕ ਪਾਸੇ ਤਾਂ ਕੁਛ ਐਕਸਪਰਟ ਇਹ ਕਹਿ ਰਹੇ ਆ ਕਿ ਥੋੜ੍ਹੇ ਚਿਰ ਦੇ ਬਾਅਦ ਹੀ ਇਹ ਹਮਲਾ ਕਰ ਦੇਣਾ ਰੂਸ ਨੇ ਤੇ ਸੰਸਾਰ ਜੰਗ ਵਰਗੇ ਹਾਲਾਤ ਬਣ ਸਕਦੇ ਆ। ਅਮਰੀਕੀ ਜਿਹੜੀ ਰਾਸ਼ਟਰਪਤੀ ਆ ਇੱਕ ਵਾਰੀ ਫਿਰ ਨਾਟੋ ਦੇਸ਼ਾਂ ਦੇ ਨਾਲ ਉਹਨਾਂ ਨੇ ਗੱਲ ਕੀਤੀ ਆ ਕਿ ਅਸੀਂ ਮਜ਼ਬੂਤੀ ਦੇ ਨਾਲ ਖੜੇ ਆ। ਉਹਨਾਂ ਨੇ ਆਪਣੀ ਕਮਿਟਮੈਂਟ ਇਹ ਦੁਹਰਾਈ ਆ। ਉਹ ਕਹਿੰਦੇ ਅਮਰੀਕਾ ਨਾਟੋ ਦੇ ਇਲਾਕੇ ਦੇ ਵਿੱਚ ਮੌਜੂਦ 1-1 ਇੰਚ ਜ਼ਮੀਨ ਦੀ ਰੱਖਿਆ ਦੇ ਲਈ ਪੂਰੀ ਤਰ੍ਹਾਂ ਤਾਕਤ ਦੇ ਨਾਲ ਕੰਮ ਕਰੂਗਾ ਤੇ ਅਸੀਂ ਪ੍ਰਤੀਬੱਧ ਹਾਂ ਇਸ ਮਾਮਲੇ ਦੇ ਵਿੱਚ। ਜੋ ਬਾਈਡਨ ਨੇ ਇਹ ਵੀ ਕਿਹਾ ਆ ਕਿ ਜਿਹੜੀ ਦੇਸ਼ ਆ ਉਹਨਾਂ ਦੇ ਕੋਲ ਆਪਣੇ ਅਧਿਕਾਰ ਆ, ਬੁਨਿਆਦੀ ਸਿਧਾਂਤਾਂ ਨਾਲ ਅਸੀਂ ਸਮਝੌਤਾ ਨਹੀਂ ਕਰ ਸਕਦੇ। ਰੂਸ ਨੂੰ ਅਮਰੀਕਾ, ਨਾਟੋ ਜਾਂ ਯੂਕਰੇਨ ਧਮਕੀ ਨਹੀਂ ਦੇ ਰਿਹਾ। ਉਹ ਕਹਿੰਦੇ ਅਸੀਂ ਕਿਸੇ ਦੇ ਦੁਸ਼ਮਣ ਨਹੀਂ ਆ। ਦੂਜੇ ਪਾਸੇ ਰੂਸ ਇਹ ਕਹਿ ਰਿਹਾ ਹੈ ਕਿ ਜਾਣਬੁੱਝ ਕੇ ਜਿਹੜਾ ਅਮਰੀਕਾ ਤੇ ਪੱਛਮੀ ਦੇਸ਼ ਆ ਉਹ ਯੂਕਰੇਨ ਦੇ ਮਾਮਲੇ ਦੇ ਵਿੱਚ ਸਾਡੇ ਨਾਲ ਟੈਨਸ਼ਨ ਪੈਦਾ ਕਰ ਰਹੇ ਆ। ਇਸ ਸਾਰੇ ਕੁਛ ਨੂੰ ਘੱਟ ਕਰਨ ਦੇ ਲਈ ਜਿਹੜੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ, ਉਹਨਾਂ ਨੇ ਮੰਗਲਵਾਰ ਨੂੰ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਦੇ ਨਾਲ ਇੱਕ ਗੱਲਬਾਤ ਕੀਤੀ ਸੀ ਜਿਹਦੇ ਵਿੱਚ ਦੋਵਾਂ ਵਿਦੇਸ਼ ਮੰਤਰੀਆਂ ਨੇ ਡਿਪਲੋਮੈਟਿਕ ਤਰੀਕੇ ਦੇ ਨਾਲ ਇਸ ਸਮੱਸਿਆ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਸੀ। ਜਿਹੜਾ ਅਮਰੀਕੀ ਵਿਦੇਸ਼ ਵਿਭਾਗ ਆ ਉਹਦੇ ਜਿਹੜੇ ਸਪੋਕਸਪਰਸਨ ਨੇ ਨੇਡ ਪ੍ਰਾਈਸ, ਉਹ ਕਹਿੰਦੇ ਵੀ ਸੈਕਟਰੀ ਬਲਿੰਕਨ ਨੇ ਆਪਣੇ ਜਿਹੜੇ ਸਾਡੇ ਨਾਲ ਜਿਹੜੀਆਂ ਉਹ ਚਿੰਤਾਵਾਂ ਨੇ ਉਹ ਅਸੀਂ ਜ਼ਾਹਰ ਕਰ ਦਿੱਤੀਆਂ ਉਹਨਾਂ ਦੇ ਨਾਲ, ਤੇ ਉਹਨਾਂ ਨੇ ਬਾਰਡਰ ਦੇ ਉੱਤੇ ਡੀ ਐਸਕਲੇਸ਼ਨ ਦੀ ਗੱਲਬਾਤ ਕੀਤੀ ਆ। ਹੁਣ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਸਮੇਂ 'ਚ ਕੀ ਹੁੰਦਾ, ਕੀ ਰੂਸ ਸੱਚਮੁੱਚ ਉੱਥੋਂ ਪਿੱਛੇ ਹਟ ਜਾਂਦਾ, ਪੱਛਮੀ ਦੇਸ਼ ਉਹਨੂੰ ਪਿੱਛੇ ਹਟਾਉਣ ਦੇ ਵਿੱਚ ਸਫਲ ਹੁੰਦੇ ਆ, ਜਾਂ ਉਹ ਯੂਕਰੇਨ ਦੇ ਉੱਤੇ ਹਮਲਾ ਕਰ ਦਿੰਦਾ ਜਿਹਦੀ ਕਿ ਬਹੁਤ ਲੰਬੇ ਸਮੇਂ ਤੋਂ ਤਿਆਰੀ ਕਰੀ ਬੈਠਾ ਤੇ ਨਾਟੋ ਤੇ ਅਮਰੀਕਾ ਦੇ ਦਬਾਅ ਹੇਠ ਨਹੀਂ ਕਰਦਾ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਜ਼ਿਆਦਾ ਸਥਿਤੀ ਸਪਸ਼ਟ ਹੋਵੇਗੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।